ਹਵੇਲੀ ਟੋਡਰ ਮੱਲ ਦੀ ਅੱਜ ਆਵਾਜ਼ਾਂ ਮਾਰਦੀ, ਪੈਸੇ ਦੀ ਨਹੀਂ ਲੋੜ, ਇਹਨੂੰ ਲੋੜ ਭਾਈ ਪਿਆਰ ਦੀ। ਇਹ ਹਵੇਲੀ ਜਿਹੜੀ ਹੈ ਜੀ ਦੀਵਾਨ ਟੋਡਰ ਮੱਲ ਜੀ ਦਾ ਰਿਹਾਇਸ਼ੀ ਅਸਥਾਨ ਹੈ, ਮਤਲਬ ਜਿੱਥੇ ਉਹ ਰਿਹਾ ਕਰਦੇ ਸੀਗੇ। ਇਹਦੀਆਂ ਕੁੱਲ 5 ਮੰਜ਼ਿਲਾਂ ਨੇ ਜੀ। ਟੋਟਲ ਹੁਣ ਤੱਕ ਜੋ ਅਸੀਂ ਫਾਈਂਡਿੰਗ ਕੀਤੀ ਉਹਦੇ ਵਿੱਚ 36 ਕਮਰੇ ਆ ਤਕਰੀਬਨ, ਜਿਨ੍ਹਾਂ ਦੇ ਵਿੱਚ ਕਿਚਨ ਵੀ ਹੈ। ਕਿਚਨ ਦੇ ਵਿੱਚ 2 ਕਮਰੇ ਹੈ ਜੀ, ਇੱਕ ਸਰਵੈਂਟ ਰੂਮ ਵੀ ਹੈਗਾ ਉਸ ਟਾਈਮ ਦਾ ਬਣਿਆ, ਜਿਹਦੇ 'ਚ ਉਹਨਾਂ ਦੇ ਲਾਂਗਰੀ ਕੁੱਕ ਵਗੈਰਾ ਰਿਹਾ ਕਰਦੇ ਸੀ ਕੰਮ ਕਰਨ ਵਾਸਤੇ। ਜਹਾਜੀ ਹਵੇਲੀ ਕਿਉਂ ਕਿਹਾ ਜਾਂਦਾ ਸੀ ਇਹਨੂੰ? ਸਾਈਡ ਤੋਂ ਜੇ ਆਪਾਂ ਦੂਰ ਖੜ੍ਹ ਕੇ ਦੇਖੀਏ ਤਾਂ ਇਹ ਸਮੁੰਦਰੀ ਜਹਾਜ਼ ਵਰਗੀ ਦੀ ਦਿੱਖ ਸੀ। ਤੇ ਪਿੱਛੇ ਰਸੋਈਆਂ ਦੇ ਵਿੱਚ ਚਿਮਣੀਆਂ ਬਣੀਆਂ ਛੱਤ ਦੇ ਵਿੱਚ, ਜਦੋਂ ਉਹਨਾਂ ਦਾ ਚੁੱਲ੍ਹਿਆਂ ਦਾ ਧੂੰਆਂ ਮਤਲਬ ਉੱਪਰ ਨੂੰ ਜਾਂਦਾ ਸੀ, ਬਾਹਰ ਨਿਕਲਦਾ ਸੀ, ਦੂਰ ਖੜ੍ਹੇ ਬੰਦੇ ਨੂੰ ਸਟੀਮ ਇੰਜਨ ਜਿਵੇਂ ਕੋਈ ਸ਼ਿਪ ਚੱਲ ਰਿਹਾ ਨਾ ਇੱਦਾਂ ਲੱਗਦਾ ਹੁੰਦਾ ਸੀ। ਇਸ ਕਰਕੇ ਇਹਨੂੰ ਜਹਾਜ਼ ਹਵੇਲੀ ਦਿੱਤਾ ਗਿਆ ਨਾਮ। ਇਹ ਉੱਪਰੋਂ ਸਾਰੀਆਂ ਛੱਤਾਂ ਢਹਿ ਕੇ ਮਤਲਬ ਨੀਚੇ ਬੇਸਮੈਂਟ ਦੇ ਵਿੱਚ ਭਰੀਆਂ ਹੋਈਆਂ। ਇਹਨੂੰ ਅਸੀਂ ਖੁਦਾਈ ਦੇ ਵਿੱਚ ਹੁਣ ਜਦੋਂ ਪਰਮਿਸ਼ਨ ਮਿਲ ਜੂਗੀ ਅਸੀਂ ਸਾਰੇ ਕੱਢ ਕੇ ਇਹਨਾਂ ਨੂੰ ਬਾਹਰ ਤੇ ਬੇਸਮੈਂਟ ਸਾਰੀ ਓਪਨ ਕਰਾਂਗੇ ਜੀ। ਇਹ ਮੌਜੂਦਾ ਜਿਹੜਾ ਬਚੇ ਹੋਏ ਕਮਰੇ ਨੇ ਉਹਨਾਂ ਦਾ ਇੱਕ ਹਿੱਸਾ ਜੀ, ਖੱਬੇ ਹੱਥ ਮਤਲਬ ਇਹ ਬਿਲਡਿੰਗ ਦਾ ਹਿੱਸਾ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਉੱਪਰ ਤੱਕ ਸਾਡੀ 2 ਮੰਜ਼ਿਲ ਹਲੇ ਬਚੀ ਹੋਈ ਹੈ। ਇਹਨੂੰ ਬਚਾਉਣ ਦੀ ਅਸੀਂ ਕੋਸ਼ਿਸ਼ 'ਚ ਲੱਗੇ ਹਾਂ ਵੀ ਇੱਥੇ ਖੜਿਆ ਰਵੇ, ਢਾਏ ਨਾ। ਅੱਛਾ, ਇਹਦੀ ਛੱਤ ਹੈਗੀ ਆ, ਇਹ ਵੀ ਸਪੋਰਟਾਂ ਲਾਈਆਂ ਹੋਈਆਂ। ਇਹ ਛੱਤ ਜੀ ਉਸ ਟਾਈਮ ਦੀ ਪੁਰਾਣੀ ਹੈ ਜੀ। ਇਹਨੂੰ ਕਰੈਕੇ ਦੇ ਜਿਹੜਾ ਐਲਟੀ ਕੰਪਨੀ ਦੁਆਰਾ ਮਤਲਬ ਸਟੀਲ ਦੇ ਰੋਡ ਲਾ ਕੇ ਇਹਨੂੰ ਮਤਲਬ ਸੇਵ ਕੀਤਾ ਗਿਆ। ਤੇ ਇਹ ਕਮਰਾ ਹੈ ਕਿਵੇਂ ਆ? ਜਿਵੇਂ ਮੰਨ ਲਓ ਇੱਕ ਰੈਸਟ ਰੂਮ ਹੁੰਦਾ ਜਾਂ ਕੋਈ, ਇਹ ਕਮਰੇ ਦਾ ਪਤਾ ਕੁਛ ਇਦਾਂ? ਇਹ ਪਹਿਲੀ ਮੰਜ਼ਿਲ ਦਾ ਹੀ ਕਮਰਾ ਜੀ, ਇਹ ਸਟਾਰਟਿੰਗ ਹੈ। ਹਾਂਜੀ, ਮਤਲਬ ਮੌਜੂਦਾ ਸਾਫ਼ ਹਾਲਤ ਦੇ ਵਿੱਚ ਪੁਰਾਣੀ ਦਿੱਖ 'ਚ ਇਹੀ ਬਚਿਆ ਹੋਇਆ ਇਸ ਟਾਈਮ। ਢਹੀ ਕਦੋਂ ਕਾ? ਜਿਵੇਂ ਮੰਨ ਲਓ ਉਸ ਸਮੇਂ ਤੋਂ ਬਾਅਦ ਜੇ ਆਪਾਂ ਲਾ ਲਈਏ, ਇੰਨਾ ਲੰਮਾ ਸਮਾਂ ਰਿਹਾ ਹੋਣਾ, ਕਿਉਂਕਿ ਇੱਕਦਮ ਤਾਂ ਢਹੀ ਨਹੀਂ ਹੋਣੀ ਇਹ, ਹੈ ਨਾ? ਰੱਖ ਰਖਾਵ ਨਹੀਂ ਹੋਇਆ ਹੋਣਾ, ਤਾਂ ਢਹੀ ਨੂੰ ਕਿੰਨਾ ਕੁ ਸਮਾਂ ਹੋ ਗਿਆ ਜੇ ਮੰਨ ਲਈਏ ਆਪਾਂ ਉਹ ਪਿੱਛੇ ਜਿਵੇਂ ਮੰਨ ਲਓ ਖਰਾਬ ਹੋ ਗਿਆ? ਇਹਨੂੰ ਮਤਲਬ ਜਾਣਬੁੱਝ ਕੇ ਢਾਇਆ ਗਿਆ ਸ਼ਰਾਰਤੀ ਅਨਸਰਾਂ ਦੁਆਰਾ। ਵੈਸੇ ਹਵੇਲੀ ਬਹੁਤ ਮਜ਼ਬੂਤ ਹੈ, ਹਲੇ ਵੀ ਬਹੁਤ ਮਜ਼ਬੂਤ ਹੈ। ਇਹਦੀ ਇੱਟ ਵੀ ਇੱਕ ਮਤਲਬ ਆਪਾਂ ਹੱਥ ਨਾਲ ਨਹੀਂ ਪੱਟ ਸਕਦੇ। ਇਹਨੂੰ ਥੋੜਿਆਂ ਨਾਲ, ਘਣ ਦੇ ਨਾਲ, ਛੈਣੀਆਂ ਨਾਲ ਮਤਲਬ ਵਰਤੋਂ ਕਰਕੇ ਇਹਨੂੰ ਜਾਣਬੁੱਝ ਕੇ ਢਾਇਆ ਗਿਆ ਸ਼ਰਾਰਤੀਆਂ ਵੱਲੋਂ। ਇਹਦੀ ਜਿੰਨੀ ਵੀ ਚਨਾਈ ਹੋਈ ਹੈ ਤੇ ਪਲਸਤਰ ਹੋਇਆ ਸਭ ਚੂਨਾ ਤੇ ਕੇਰੀ ਮਿਕਸ ਕਰਕੇ, ਤੇ ਇਹਦੇ ਵਿੱਚ ਹੋਰ ਵੀ ਕਾਫੀ ਕੁਝ ਪੈਂਦਾ ਹੁੰਦਾ ਸੀ, ਜਿਵੇਂ ਬਿੱਲ ਪੈਂਦਾ ਹੁੰਦਾ ਸੀ, ਗੁੜ ਦਾ ਸ਼ੀਰਾ, ਮਾਂਹ ਦੀ ਦਾਲ, ਕਾਫੀ ਕੁਝ ਇਹਦੇ 'ਚ ਆਈਟਮ ਮਿਕਸ ਕਰਕੇ ਨਾ ਫਿਰ ਇਹ ਮਜ਼ਬੂਤੀ ਪੂਰੀ ਕਾਇਮ ਹੁੰਦੀ ਸੀ। ਇਹ ਮੈਂ ਇਹਦੀ ਪੂਰੀ ਖੋਜਬੀਨ ਕਰਕੇ ਕਿ ਇੱਕ ਪੋਰਸ਼ਨ ਕੀ, ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਕੀ ਚੀਜ਼ ਆ। ਫਿਰ ਜਦੋਂ ਮੈਂ ਇਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ, ਇਹਦੇ 'ਚ ਪਾਣੀ ਦੀ ਸਪਲਾਈ ਵੀ ਸੀਗੀ, ਇਹਦੇ ਵਿੱਚ ਛੱਤ ਦੇ ਵਿੱਚ ਹੋਲ ਰੱਖੇ ਗਏ ਹਨ ਜਿਹਨੂੰ ਚਿਮਣੀ ਦੀ ਤਰ੍ਹਾਂ ਵਰਤਿਆ ਜਾਂਦਾ ਸੀ। ਅਤੇ ਸਾਨੂੰ ਖੁਦਾਈ ਦੇ ਵਿੱਚ ਇਹਦੀ ਮਿੱਟੀ ਦੇ ਵਿੱਚੋਂ, ਫਰਸ਼ ਦੇ ਵਿੱਚੋਂ ਨਾ ਰਾਖ ਵੀ ਲੱਭੀ ਹੈ, ਕੋਲੇ ਲੱਭੇ ਆ ਪੁਰਾਣੇ, ਕਿ ਇੱਥੇ ਚੁੱਲ੍ਹਾ ਚੱਲਿਆ ਕਰਦਾ ਹੁੰਦਾ ਸੀਗਾ। ਇਹ ਉਹਨਾਂ ਦੇ ਲਾਂਗਰੀਆਂ ਦਾ ਕਿਚਨ ਪਾਰਟ ਦਾ ਮਤਲਬ ਇੱਕ ਹਿੱਸਾ ਹੈ, ਅਤੇ ਲਾਂਗਰੀ ਨੌਕਰ ਦਾ ਕਮਰਾ ਜੀ ਇਹ ਮੁੱਖ ਕਿਚਨ ਦਾ ਵੱਡਾ ਚੁੱਲ੍ਹਾ ਇੱਥੇ ਲੱਗਦਾ ਹੁੰਦਾ ਸੀਗਾ ਜੀ। ਅਸੀਂ ਜਦੋਂ ਇਹਦੀ ਖੁਦਾਈ ਕੀਤੀ ਫਰਸ਼ ਦੀ, ਸਾਨੂੰ ਇੱਥੇ ਰਾਖ ਵੀ ਲੱਭੀ ਸੀ। ਤੁਸੀਂ ਆਹ ਥੱਲੇ ਦੇਖ ਸਕਦੇ ਹੋ ਜੀ। ਮੈਂ ਕੈਮਰਾਮੈਨ ਨੂੰ ਕਹਿੰਦਾ ਵੀ ਨੀਚੇ ਤੁਸੀਂ ਦੇਖੋ, ਇੰਨਾ ਹਿੱਸਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕੱਚਾ ਹੈ। ਜਿਸ ਜਗ੍ਹਾ ਤੁਸੀਂ ਵੀ ਖੜ੍ਹੇ ਹੋ, ਅੱਗੋਂ ਵੀ ਖੜ੍ਹੇ ਹੋ, ਅਤੇ ਮੇਰੇ ਖੱਬੇ ਪਾਸੇ ਅਤੇ ਤੁਹਾਡੇ ਸੱਜੇ ਪਾਸੇ ਜਿੱਥੇ ਕੈਮਰਾਮੈਨ ਖੜ੍ਹੇ ਆ ਉੱਥੇ ਪੱਕਾ ਹੈ, ਇੱਟਾਂ ਲੱਗੀਆਂ ਹੋਈਆਂ। ਇੰਨਾ ਥਾਂ ਸਾਨੂੰ ਕੱਚਾ ਲੱਭਿਆ ਇਹਦੇ ਵਿੱਚ। ਕੱਚੀ ਥਾਂ ਉੱਥੇ ਹੁੰਦੀ ਹੈ ਜਿੱਥੇ ਚੁੱਲ੍ਹਾ ਲਾਇਆ ਜਾਂਦਾ ਕਿ ਇੱਥੇ ਧੂੰਆਂ ਕੱਢਣ ਨੂੰ ਵੱਡੀ ਚਿਮਣੀ ਬਣੀ ਆ। ਜਦੋਂ ਇਹਦਾ ਧੂੰਆਂ ਨਿਕਲਿਆ ਕਰਦਾ ਸੀਗਾ ਅਤੇ ਸਮੁੰਦਰੀ ਜਹਾਜ਼ ਦੀ ਤਰ੍ਹਾਂ ਜਿਵੇਂ ਚੱਲਦਾ ਸ਼ਿਪ ਹੁੰਦਾ, ਧੂੰਆਂ ਛੱਡਦਾ ਜਾਂਦਾ ਅਤੇ ਇੱਦਾਂ ਲੱਗਦਾ ਇਹ। ਸਾਰੀ ਹਵੇਲੀ ਦੇ ਵਿੱਚ ਜਿਵੇਂ ਮੰਨ ਲਓ ਇਹ ਪੁਰਾਣੀਆਂ ਚੀਜ਼ਾਂ, ਇਹ ਆਲੇ ਰੱਖੇ ਗਏ ਨੇ, ਜਿਵੇਂ ਮੰਨ ਲਓ ਉਹਦੇ ਵਿੱਚ ਕੋਈ ਦੀਵਾ ਜਗਾ ਕੇ ਰੱਖਣ ਨੂੰ, ਜਾਂ ਉਹਦੇ ਵਾਸਤੇ ਸੀਗੇ ਜਾਂ ਹੋਰ ਕੰਮ ਵਾਸਤੇ ਵੀ ਵਰਤੇ ਜਾਂਦੇ ਸੀ? ਇਹ ਆਲਿਆਂ ਦੇ ਵਿੱਚ ਪਹਿਲਾਂ ਲੋਕ ਸਮਾਨ ਰੱਖਿਆ ਕਰਦੇ ਸੀ, ਗੁਲਦਸਤੇ ਵੀ ਰੱਖ ਦਿੰਦੇ ਸੀ ਉੱਦਾਂ ਸਮਾਨ ਰੱਖਣ ਨੂੰ, ਜਾਂ ਫਿਰ ਇਹ ਮਜ਼ਬੂਤੀ ਵੀ ਦਿੰਦੀ ਹੈ ਕੰਧਾਂ ਨੂੰ। ਇਹਦੇ 'ਚ ਡਾਟ ਲੱਗਦੀ ਹੁੰਦੀ ਸੀਗੀ ਜੀ ਉੱਪਰ, ਜਿਵੇਂ ਤੁਸੀਂ ਆਹ ਦੇਖ ਰਹੇ ਹੋ ਡਾਟ, ਇਹ ਬੀਮ ਦਾ ਕੰਮ ਕਰਦਾ ਹੁੰਦਾ। ਜਿਵੇਂ ਅੱਜ ਕੱਲ੍ਹ ਅਸੀਂ ਡਾਊਨ ਬੀਮ ਪਾਉਂਦੇ ਹਾਂ, ਉਦੋਂ ਇਹ ਡਾਟਾਂ ਦੀ ਜਿੰਨੀ ਮਜ਼ਬੂਤੀ ਹੁੰਦੀ ਸੀ ਨਾ, ਉਹ ਅੱਜ ਵੀ 400 ਸਾਲ ਤੱਕ ਖੜ੍ਹੀਆਂ। ਲੈਂਟਰ ਸਰੀਆ ਸਭ ਟੁੱਟ ਜਾਂਦਾ 50, 60, 100 ਸਾਲ ਦੇ ਵਿੱਚ, ਪਰ ਇਹ ਜਿਹੜੀ ਬਿਲਡਿੰਗ ਹੈ ਡਾਟਾਂ ਦੇ ਜ਼ਰੀਏ ਖੜ੍ਹੀ ਹੈ ਜੀ।
ਇੱਥੇ ਕੀ ਇੱਕ ਕਮਰੇ ਸੀਗੇ ਇੱਥੇ? ਇਹ ਸਾਰੇ ਕਮਰੇ ਆ ਜੀ, ਤੁਸੀਂ ਜਿਵੇਂ ਦੇਖ ਰਹੇ ਹੋ। ਜਿਸ ਤਰ੍ਹਾਂ ਵੀ ਇਹ ਇੱਕ ਕਮਰਾ ਹੈ ਜੀ, ਇਸ ਟਾਈਮ ਤਕਰੀਬਨ 4 ਕਮਰੇ ਤੇ 2 ਅੱਧੇ ਕਮਰੇ ਇਸ ਟਾਈਮ ਮਤਲਬ ਇਹ ਨੰਗੇ ਅਸੀਂ ਕੀਤੇ ਆ ਇਹਦੇ 'ਚ ਮਿੱਟੀ ਕੱਢ ਕੇ। ਬਾਕੀ ਦੇ ਕਮਰੇ ਹਲੇ 8 ਦੇ ਕਰੀਬ ਦੱਬੇ ਹੋਏ ਨੇ ਮਿੱਟੀ ਦੇ, 'ਚ ਉਹ ਅਸੀਂ ਕੱਢਾਂਗੇ ਜੀ। ਇਹ ਤਾਂ ਬਹੁਤ ਜ਼ਿਆਦਾ ਮਜ਼ਬੂਤ ਆ। ਮੈਂ ਕਹਿੰਦਾ ਇਹ ਕਿੰਨੇ ਇੰਚੀ ਹੋਊਗੀ? ਇਹ ਤਾਂ ਆਪਾਂ 10 ਇੰਚੀ ਕਰ ਦਿਆਂਗੇ। ਇਹ 4 ਫੁੱਟ ਚੌੜੀਆਂ ਕੰਧਾਂ ਜੀ। ਹਾਂਜੀ, ਤਕਰੀਬਨ 48 ਇੰਚ। ਹਾਂਜੀ, 48 ਇੰਚ ਦੀਆਂ ਕੰਧਾਂ ਨੇ। ਜਿਵੇਂ ਜਿਵੇਂ ਉੱਪਰ ਜਾਈ ਜਾਂਦੇ ਆ ਤੇ ਤਕਰੀਬਨ ਜਿਸ ਤਰ੍ਹਾਂ ਥੱਲੋਂ ਜੀ 48 ਇੰਚ ਹੈ ਜੀ, ਉੱਪਰੋਂ 36 ਇੰਚ ਹੈ ਦੂਸਰੀ ਮੰਜ਼ਿਲ ਤੇ, ਫਿਰ ਉਸ ਤੋਂ ਬਾਅਦ 31 ਇੰਚ, ਫਿਰ 21 ਇੰਚ, ਇਸ ਤਰ੍ਹਾਂ ਘਟਦੀ ਜਾਂਦੀ ਹੈ ਕੰਧਾਂ। ਇਹ ਟੋਇਲਟ ਅਸੀਂ 2 ਮਹੀਨੇ ਪਹਿਲਾਂ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਜੀ, ਉਸ ਟਾਈਮ ਅਸੀਂ ਇਹ ਖੁਦਾਈ ਦੇ ਵਿੱਚੋਂ ਕੱਢਿਆ ਤੇ ਤਕਰੀਬਨ 2-3 ਫੁੱਟ ਮਿੱਟੀ ਦੇ ਵਿੱਚ ਧਸਿਆ ਹੋਇਆ ਸੀ ਅੰਦਰ। ਜਦੋਂ ਅਸੀਂ ਖੁਦਾਈ ਕੀਤੀ ਤੇ ਇਹ ਬਾਥਰੂਮ ਸਾਡੇ ਮਤਲਬ ਸਾਹਮਣੇ ਆਇਆ, ਫਿਰ ਅਸੀਂ ਇਹਨੂੰ ਬੜੀ ਬਰੀਕੀ ਨਾਲ ਬਚਾ ਕੇ ਹੌਲੀ ਹੌਲੀ ਇਹਦੀਆਂ ਨਾਲੀਆਂ ਵੀ ਸਾਫ਼ ਕੀਤੀਆਂ ਬਰੱਸ਼ ਨਾਲ। ਤੇ ਇਹਨੂੰ ਨੀਵਾਂ ਪੋਰਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਉੱਥੇ ਲਿਖ ਕੇ ਵੀ ਲਾਇਆ ਸੀ, ਇਹ ਗੁਸਲਖਾਨਾ ਸੀਗਾ ਜੀ। ਇਹਦੀ ਲਹਿਦਾ ਢਾਲ ਦਿੱਤੀ ਹੋਈ ਹੈ, ਮਤਲਬ ਇਹਦੀ ਪਾਈਪ ਵੀ ਲਹਿਦਾ ਪਈ ਹੋਈ ਹੈ ਖੁੰਝੇ ਦੇ ਵਿੱਚੋਂ। ਫੁਆਰਾ ਕਿਵੇਂ ਚੱਲਦਾ ਸੀਗਾ ਇਹ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਜੀ, ਅਸੀਂ ਸਾਫ਼ ਕੀਤਾ ਬਿਲਕੁਲ। ਇਹ ਕਾਫੀ ਇੱਥੇ ਮਲਬਾ ਪਿਆ ਸੀ ਤੇ ਆ ਜਿਹੜਾ ਵਿੱਚ ਗੋਲ ਚੱਕਰ ਬਣਿਆ ਹੋਇਆ ਸਵਿਮਿੰਗ ਪੂਲ ਦੇ, ਇਹ ਫੁਆਰਾ ਸੀਗਾ ਜੀ। ਇਹਦੇ ਵਿੱਚ ਕਿਸੇ ਟਾਈਮ ਮਾਰਬਲ ਦਾ ਬਣਿਆ ਹੋਇਆ, ਪੱਥਰ ਦਾ ਚਿੱਟੇ ਰੰਗ ਦਾ ਫੁਆਰਾ ਟਾਈਪ, ਜਿਵੇਂ ਤੁਸੀਂ ਕਿਲਿਆਂ ਦੇ ਵਿੱਚ ਮਹਿਲਾਂ ਦੇ ਤਾਜ ਮਹਿਲ ਵਗੈਰਾ ਕਿਤੇ ਦੇਖਦੇ ਹੋ, ਐਦਾਂ ਦਾ ਮਤਲਬ ਇੱਕ ਫੁਆਰਾ ਲੱਗਿਆ ਹੋਇਆ ਸੀਗਾ, ਜਿਹੜਾ ਖੂਹ ਤੋਂ ਉੱਚੀ ਥਾਂ ਤੋਂ ਜਦੋਂ ਪਾਣੀ ਆਉਂਦਾ ਸੀ ਰੁੜ ਕੇ, ਤੇ ਉਹ ਪ੍ਰੈਸ਼ਰ ਨਾਲ ਹੀ ਚੱਲਦਾ ਸੀ। ਅੰਡਰਗਰਾਊਂਡ ਪਾਈਪਿੰਗ ਪਈ ਹੋਈ ਸੀਗੀ। ਸਵਿਮਿੰਗ ਪੂਲ ਦੇ ਸਾਹਮਣੇ ਜਿੱਥੇ ਆ ਮੇਰੇ ਬੰਦੇ ਕੰਮ ਕਰ ਰਹੇ ਨੇ, ਇਹ ਮੁੱਖ ਦਰਵਾਜ਼ਾ ਹੈ। ਹਾਂਜੀ, ਆ ਪਿੱਲਰ। ਹਾਂਜੀ, ਇਹ 2 ਪਿੱਲਰ ਤੁਸੀਂ ਦੇਖ ਰਹੇ ਹੋ ਕੰਧ ਦੇ ਵਿੱਚ ਸੱਜੇ ਬੰਨੇ ਬਣੇ ਹੋਏ ਆ। ਇਹਦੇ ਉੱਪਰੋਂ ਦੀ ਹੋ ਕੇ ਨਾ ਵੱਡੀ ਡਾਟ, ਇੱਕ ਦਰਸ਼ਨੀ ਜੋੜੀ ਜਿਹਨੂੰ ਕਹਿ ਦਿੰਦੇ ਆਪਾਂ, ਮੁੱਖ ਦਰਵਾਜ਼ਾ ਬਣਿਆ ਹੁੰਦਾ ਸੀ। ਜਿਹੜਾ ਖੱਬੇ ਹੱਥ ਵੀ 2 ਪਿੱਲਰ ਸੀਗੇ, ਉਹ 2 ਪਿੱਲਰ ਢਹਿ ਗਏ ਬਿਲਡਿੰਗ ਟਾਈਮ ਦੇ ਨਾਲ, ਜੈਲ ਢਾਹ ਦਿੱਤੇ ਗਏ ਲੋਕਾਂ ਵੱਲੋਂ। ਹਵੇਲੀ ਟੋਡਰ ਮੱਲ ਦੀ ਅੱਜ ਆਵਾਜ਼ਾਂ ਮਾਰਦੀ, ਪੈਸੇ ਦੀ ਨਹੀਂ ਲੋੜ, ਇਹਨੂੰ ਲੋੜ ਭਾਈ ਪਿਆਰ ਦੀ। ਬੱਬੂ ਮਾਨ ਨੇ ਤਕਰੀਬਨ ਕਈ ਸਾਲ ਪਹਿਲਾਂ ਹੀ ਗੀਤ ਗਾਇਆ ਸੀ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦੇ ਬਾਬਤ, ਜਿਨ੍ਹਾਂ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਸੀਗਾ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਜੋਤੀ ਸਰੂਪ ਖਰੀਦ ਕੇ, ਜਿੱਥੇ ਖੜੀਆਂ ਮੋਹਰਾਂ ਕਰਕੇ ਤਕਰੀਬਨ 78,000 ਸੋਨੇ ਦੀਆਂ ਮੋਹਰਾਂ ਖੜੀਆਂ ਕੀਤੀਆਂ ਸੀ। ਜਿਸ ਤੋਂ ਬਾਅਦ ਦੀਵਾਨ ਟੋਡਰ ਮੱਲ ਜੀ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਸੀ, ਜਿਸ ਤੋਂ ਬਾਅਦ ਮੁਗਲਿਆ ਸਲਤਨਤ ਵੱਲੋਂ ਉਹਨਾਂ ਨੂੰ ਵੀ ਤਸੀਹੇ ਦਿੱਤੇ ਗਏ ਸੀ। ਉਹਨਾਂ ਨਾਲ ਜੋ ਹੋਇਆ ਉਹ ਤਵਾਰੀਖ ਹੈ ਜਿਹੜੀ ਉਹ ਬਖੂਬੀ ਬਿਆਨ ਕਰਦੀ ਆ। ਤੇ ਉਸ ਹਵੇਲੀ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ, ਜਿਹੜੀ ਉਹਨਾਂ ਦੀ ਹਵੇਲੀ ਸੀਗੀ, ਜਹਾਜੀ ਹਵੇਲੀ ਜਿਸ ਨੂੰ ਕਿਹਾ ਜਾਂਦਾ, ਤੇ ਤੁਹਾਨੂੰ ਦਰਸ਼ਨ ਕਰਵਾਉਣੇ ਉਸ ਹਵੇਲੀ ਦੇ, ਜਿਹੜੀ ਕਦੇ ਖੰਡਨੁਮਾ ਬਣ ਚੁੱਕੀ ਸੀ, ਪਰ ਹੁਣ ਉਸ ਦੀ ਜੋ ਸੇਵਾ ਉਹ ਸ਼ੁਰੂ ਕਰ ਦਿੱਤੀ ਗਈ ਆ। ਜੋ ਇੱਥੇ ਸੇਵਾਦਾਰ ਨੇ ਜਿਨ੍ਹਾਂ ਨੇ ਉਸ ਹਵੇਲੀ ਦਾ ਮਾਡਲ ਤਿਆਰ ਕੀਤਾ ਗਾ, PS ਸੋਹਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹ ਤੁਹਾਨੂੰ ਦਰਸ਼ਨ ਕਰਵਾਉਣੇ ਆ ਦੀਵਾਨ ਟੋਡਰ ਮੱਲ ਜੀ ਦੀ ਜਹਾਜ਼ੀ ਹਵੇਲੀ ਦੇ। ਤਾਂ ਇਸ ਵੇਲੇ ਸਾਡੇ ਨਾਲ PS ਸੋਹਲ ਨੇ, ਜਿਨ੍ਹਾਂ ਨੇ ਇਸ ਹਵੇਲੀ ਦਾ ਜੋ ਮਾਡਲ ਹੈ ਉਹ ਤਿਆਰ ਕੀਤਾ। ਤਾਂ ਗੱਲਬਾਤ ਕਰਦੇ ਹਾਂ ਤੇ ਦਰਸ਼ਨ ਕਰਦੇ ਹਾਂ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦੇ, ਕਿ ਹਵੇਲੀ ਦੇ ਵਿੱਚ ਕੀ ਕੀ ਸਹੂਲਤਾਂ ਸੀਗੀਆਂ ਤੇ ਕਿੰਨੀਆਂ ਮੰਜ਼ਲਾਂ ਸੀਗੀਆਂ ਤੇ ਕਦੋਂ ਦੀ ਬਣੀ ਹੋਈ ਸੀ। ਭਾਈ ਸਾਹਿਬ ਸਵਾਗਤ ਹੈ ਜੀ ਪ੍ਰੋ ਪੰਜਾਬ TV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਮੈਂ ਪੁੱਛਣਾ ਚਾਹੂੰਗਾ, ਇਹ ਹਵੇਲੀ ਕਿੰਨਾ ਟਾਈਮ ਪੁਰਾਣੀ ਆ ਤੇ ਇਹਦੀਆਂ ਮੰਜ਼ਲਾਂ ਕਿੰਨੀਆਂ ਸੀਗੀਆਂ ਤੇ ਐਂਟਰੈਂਸ ਕਿੱਧਰੋਂ ਸੀਗੀ, ਮਾਡਲ ਕਿਵੇਂ ਤਿਆਰ ਕੀਤਾ ਤੁਸੀਂ ਨੇ? ਹਾਂਜੀ, ਇਹ ਹਵੇਲੀ ਜਿਹੜੀ ਹੈ ਜੀ ਦੀਵਾਨ ਟੋਡਰ ਮੱਲ ਜੀ ਦਾ ਰਿਹਾਇਸ਼ੀ ਅਸਥਾਨ ਹੈ, ਮਤਲਬ ਜਿੱਥੇ ਉਹ ਰਿਹਾ ਕਰਦੇ ਸੀਗੇ। ਇਹਦੀਆਂ ਕੁੱਲ 5 ਮੰਜ਼ਲਾਂ ਨੇ ਜੀ। ਟੋਟਲ ਹੁਣ ਤੱਕ ਜੋ ਅਸੀਂ ਫਾਈਂਡਿੰਗ ਕੀਤੀ ਉਹਦੇ 'ਚ 36 ਕਮਰੇ ਆ ਤਕਰੀਬਨ, ਜਿਨ੍ਹਾਂ ਦੇ ਵਿੱਚ ਕਿਚਨ ਵੀ ਹੈ। ਕਿਚਨ ਦੇ ਵਿੱਚ 2 ਕਮਰੇ ਆ ਜੀ, ਇੱਕ ਸਰਵੈਂਟ ਰੂਮ ਵੀ ਹੈਗਾ ਉਸ ਟਾਈਮ ਦਾ ਬਣਿਆ, ਜਿਹਦੇ 'ਚ ਉਹਨਾਂ ਦੇ ਲਾਂਗਰੀ ਕੁੱਕ ਵਗੈਰਾ ਰਿਹਾ ਕਰਦੇ ਸੀ ਕੰਮ ਕਰਨ ਵਾਸਤੇ, ਤੇ ਨਾਲ ਇੱਕ ਸਟੋਰ ਵੀ ਹੈ ਕਿਚਨ ਦਾ, ਕਪਬੋਰਡ ਵੀ ਹੈ।
ਪਲੱਸ ਇਹਦੇ ਵਿੱਚ ਉਸ ਸਮੇਂ ਦਾ ਪੁਰਾਣਾ ਇੰਡੀਅਨ ਟਾਇਲਟ ਵੀ ਹੈ ਤੇ ਗੁਸਲਖਾਨਾ ਵੀ ਸਾਨੂੰ ਖੁਦਾਈ ਦੇ ਵਿੱਚ 2 ਮਹੀਨੇ ਪਹਿਲਾਂ ਨਿਕਲਿਆ ਜੀ। ਅਸੀਂ ਮਿੱਟੀ ਦੇ ਵਿੱਚੋਂ ਕੱਢਿਆ 3 ਫੁੱਟ ਥੱਲੋਂ। ਤੇ ਇਹਦੇ ਵਿੱਚ ਇੱਕ ਸਵਿਮਿੰਗ ਪੂਲ ਵੀ ਬਣਿਆ ਹੋਇਆ ਜਿਹਦੇ ਵਿੱਚ ਕਾਰ ਫੁਹਾਰਾ ਵੀ ਚੱਲਿਆ ਕਰਦਾ ਸੀ ਉਹਨਾਂ ਟਾਈਮਾਂ 'ਚ। ਹੁਣ ਕੋਈ ਸ਼ਰਾਰਤੀ ਤੱਤਵ ਉਹਦੇ ਵਿੱਚੋਂ ਚੱਕ ਕੇ ਲੈ ਗਿਆ ਫੁਹਾਰਾ, ਪੱਥਰ ਦਾ ਬਣਿਆ ਹੋਇਆ। ਭਾਈ ਫੁਆਰਾ ਵੀ ਚੱਲਿਆ ਕਰਦਾ ਸੀ ਉਸ ਸਮੇਂ, ਕਿਵੇਂ ਚੱਲਦਾ ਸੀਗਾ ਫੁਆਰਾ ਜਾਂ ਕੀ? ਜਿਹੜੇ ਫੁਹਾਰੇ ਸੀਗੇ ਜੀ ਉਸ ਸਮੇਂ ਪ੍ਰੈਸ਼ਰ ਦੇ ਨਾਲ ਚੱਲਦੇ ਹੁੰਦੇ ਸੀਗੇ, ਜਿਵੇਂ ਕਿ ਇਹਦੇ ਨਾਲ ਹੀ ਇਹਨਾਂ ਦਾ ਖੂਹ ਹੈ। ਇਸ ਸਮੇਂ ਉਹ ਜ਼ਮੀਨ ਕਿਸੇ ਦੇ ਕਬਜ਼ੇ 'ਚ ਆ ਖੂਹ, ਤੇ ਉੱਥੋਂ ਹਰਟ ਦੇ ਜ਼ਰੀਏ ਪਾਣੀ ਆਇਆ ਕਰਦਾ ਸੀ। ਪਿੱਛੇ ਰਸੋਈ ਦੇ ਵਿੱਚ ਇੱਕ ਹੋਦੀ ਬਣੀ ਹੈ ਉੱਥੇ ਤੱਕ। ਉੱਥੋਂ ਦੀ ਫਿਰ ਅੰਡਰਗਰਾਉਂਡ ਪਾਈਪਿੰਗ ਸਿਸਟਮ ਨਾਲ ਸਵਿਮਿੰਗ ਪੂਲ ਦਾ ਕਨੈਕਸ਼ਨ ਕੀਤਾ ਹੋਇਆ ਜੀ, ਜਿਹਦੇ ਨਾਲ ਪਾਣੀ ਥੱਲੇ ਜਾਂਦਾ ਸੀਗਾ। ਤੇ ਉਹ ਉਚਾਈ ਤੇ ਲੱਗਿਆ ਹੁੰਦਾ ਸੀਗਾ ਜਿਹੜਾ ਟੈਂਕ ਸੀਗਾ, ਜਿਹਦੇ ਪ੍ਰੈਸ਼ਰ ਦੇ ਨਾਲ ਇਹ ਫੁਹਾਰੇ ਉਸ ਟਾਈਮ ਚੱਲਿਆ ਕਰਦੇ ਹੁੰਦੇ ਸੀ। ਮਤਲਬ ਜਦੋਂ ਪਾਣੀ ਉੱਪਰ ਭਰ ਜਾਂਦਾ ਸੀ, ਉਹ ਪ੍ਰੈਸ਼ਰ ਦੇ ਨਾਲ ਜਦੋਂ ਰੁੜ ਕੇ ਆਉਂਦਾ ਸੀ ਤੇ ਫੁਹਾਰੇ ਆਪਣੇ ਆਪ ਚੱਲਣ ਲੱਗ ਜਾਂਦੇ ਹੁੰਦੇ ਸੀ। ਪੂਰੇ ਸਾਇੰਟੀਫਿਕ ਵੇ ਦੇ ਨਾਲ ਜਿਹੜੀ ਇਹ ਹਵੇਲੀ ਬਣਾਈ ਹੋਈ ਸੀ। ਤੇ ਇਹਨੂੰ ਇੱਕ ਮੈਂ ਹੋਰ ਪੁੱਛਣਾ, ਜਹਾਜੀ ਹਵੇਲੀ ਕਿਉਂ ਕਿਹਾ ਜਾਂਦਾ ਸੀ ਇਹਨੂੰ? ਜਹਾਜ਼ ਵੇਲੀ ਵਰਗੀ ਇਹਨੇ ਸ਼ਕਲ ਹੀ ਇਹਦੀ ਦੇਖੀ ਸਮੁੰਦਰੀ ਜਹਾਜ਼ ਵਰਗੀ ਦਿੱਤੀ ਸੀ, ਜਿਹਦੇ ਵਿੱਚ ਜਿਹੜਾ ਮੂਰਲਾ ਹਿੱਸਾ ਹੈ ਨਾ ਇਹਦਾ 2 ਮੰਜ਼ਲੀ ਸੀਗਾ, ਲੰਬਾ ਸੀ ਕਾਫੀ। ਉਹ 50-60 ਫੁੱਟ ਦੇ ਕਰੀਬ ਲੰਬਾ ਸੀ, ਜਿਵੇਂ ਸਮੁੰਦਰੀ ਜਹਾਜ਼ ਦਾ ਡੈਕ ਹੁੰਦਾ ਲੰਬਾ। ਤੇ ਸੈਂਟਰ ਦੇ ਵਿੱਚੋਂ ਇਹ ਚਿਮਨੀ ਦੀ ਤਰ੍ਹਾਂ ਜਾਂ ਸੇਲ ਬੋਰਡ ਦੀ ਤਰ੍ਹਾਂ ਉੱਚਾ ਸੀ 5 ਮੰਜ਼ਿਲ। ਪਿੱਛੋਂ ਦੀ ਇਹ 1 ਮੰਜ਼ਿਲ ਸੀਗਾ ਜੀ, ਕਿਚਨ ਦਾ ਪਾਰਟ ਹੈ ਉਹ। ਉਹਦੇ ਮਤਲਬ ਜਿਹੜੀ ਸਾਈਡ ਤੋਂ ਜੇ ਆਪਾਂ ਦੂਰ ਖੜ ਕੇ ਦੇਖੀਏ ਤਾਂ ਇਹ ਸਮੁੰਦਰੀ ਜਹਾਜ਼ ਵਰਗੀ ਦੀ ਦਿੱਖ ਸੀ। ਤੇ ਪਿੱਛੇ ਰਸੋਈਆਂ ਦੇ ਵਿੱਚ ਚਿਮਨੀਆਂ ਬਣੀਆਂ ਛੱਤ ਦੇ ਵਿੱਚ, ਜਦੋਂ ਉਹਨਾਂ ਦਾ ਚੁੱਲ੍ਹਿਆਂ ਦਾ ਧੂੰਆਂ ਮਤਲਬ ਉੱਪਰ ਨੂੰ ਜਾਂਦਾ ਸੀ, ਬਾਹਰ ਨਿਕਲਦਾ ਸੀ, ਦੂਰ ਖੜੇ ਬੰਦੇ ਨੂੰ ਸਟੀਮ ਇੰਜਨ ਜਿਵੇਂ ਕੋਈ ਸ਼ਿਪ ਚੱਲ ਰਿਹਾ ਨਾ ਇਦਾਂ ਲੱਗਦਾ ਹੁੰਦਾ ਸੀ। ਇਸ ਕਰਕੇ ਇਹਨੂੰ ਜਹਾਜ਼ ਵੇਲੀ ਦਿੱਤਾ ਗਿਆ ਨਾਮ। ਬਾਕੀ ਇੱਕ ਰੀਜ਼ਨ ਇਹਦੇ 'ਚ ਹੋਰ ਸੀ ਲੱਭਿਆ, ਜਿਸ ਤਰ੍ਹਾਂ ਸਮੁੰਦਰੀ ਜਹਾਜ਼ ਪਾਣੀ ਦੇ ਵਿੱਚ ਡੁੱਬ ਕੇ ਚੱਲਦਾ, ਥੋੜ੍ਹਾ ਜਿਹਾ 4-5 ਫੁੱਟ ਥੱਲੇ ਹੁੰਦਾ ਤਲਾ ਉਹਦਾ, ਇਸ ਤਰ੍ਹਾਂ ਹੀ ਇਹ ਹਵੇਲੀ ਜਿਹੜੀ ਇਹਦੀ ਬੇਸਮੈਂਟ ਬਣਾਈ ਗਈ ਹੈ ਉਹ 4-5 ਫੁੱਟ ਜ਼ਮੀਨ ਦੇ ਮਿੱਟੀ ਦੇ ਅੰਦਰ ਬਣਾਈ ਗਈ ਹੈ। ਅੱਛਾ, ਜਿਹੜੀ ਬੇਸਮੈਂਟ ਬਣਾਈ ਗਈ ਸੀਗੀ ਇਹ ਜਾਨੀ ਕਿ ਉੱਚੀ ਨਹੀਂ, ਇੱਥੇ ਭਰਤ ਨਹੀਂ ਪਾਇਆ ਹੋਇਆ, ਜਿਹੜਾ ਇਹ ਚੀਜ਼ ਬਾਅਦ 'ਚ ਪਿਆ ਭਰਤ, ਜਾਨੀ ਕਿ ਕਹਿਣ ਦਾ ਭਾਵ? ਇਹ ਮਲਬਾ ਗਿਰ ਕੇ ਜੀ ਭਰ ਗਿਆ। ਉੱਪਰੋਂ ਇਮਾਰਤ ਜਿਹੜੀ ਢਹਿ ਗਈ ਨਾ ਜੀ, ਇਹਦਾ ਸਾਰਾ ਮਲਬਾ ਇਸ ਟਾਈਮ 8 ਕਮਰੇ ਇਹਦੇ ਵਿੱਚ ਦਫਨ ਹੈ ਹਲੇ। ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਐਪਲੀਕੇਸ਼ਨ ਦਿੱਤੀ ਹੋਈ ਹੈ ਜੀ, ਜਦੋਂ ਸਾਨੂੰ ਪਰਮਿਸ਼ਨ ਮਿਲ ਜੂਗੀ ਅਸੀਂ ਇਹਦੀ ਖੁਦਾਈ ਕਰਾਂਗੇ ਬਰੀਕੀ ਦੇ ਵਿੱਚ, ਹੌਲੀ ਹੌਲੀ ਕਰਕੇ, ਜਿਵੇਂ ਆਰਕੀਓਲੋਜੀ ਵਾਲੇ ਕਰਦੇ ਨੇ। ਤੇ ਅਸੀਂ ਖੁਦਾਈ ਕਰਕੇ ਤੇ ਜਿਵੇਂ ਮੂਹਰਲੇ ਤੁਸੀਂ ਕਮਰੇ ਦੇਖਦੇ ਹੋ ਸਾਫ਼ ਕੱਢੇ ਹੋਏ ਨੇ, 4 ਕਮਰੇ 4.5 ਕਮਰੇ ਤਕਰੀਬਨ ਨਿਕਲੇ ਹੋਏ ਆ। ਇੱਦਾਂ ਹੀ ਉਸੇ ਲੈਵਲ ਦੇ ਨੀਚੇ 8 ਕਮਰੇ ਕੁੱਲ ਮਿਲਾ ਕੇ ਟੋਟਲ 12 ਕਮਰਿਆਂ ਦਾ ਸੈੱਟ ਬੇਸਮੈਂਟ 'ਚ ਸੀਗਾ, ਉਹ ਅਸੀਂ ਖਾਲੀ ਕਰਾਂਗੇ। ਤੇ ਭਾਈ ਸਾਹਿਬ ਸਾਨੂੰ ਅੰਦਰ ਜਾ ਕੇ ਤੇ ਦਿਖਾਓਗੇ, ਜਾਣਕਾਰੀ ਦਿਓਗੇ? ਹਾਂਜੀ ਹਾਂਜੀ, ਤਾਂ ਉਹ ਆਪਾਂ ਅੰਦਰ ਚੱਲਦੇ ਹਾਂ ਤੇ ਦਰਸ਼ਨ ਕਰਦੇ ਹਾਂ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦੀ। ਤਾਂ ਇਸ ਵੇਲੇ ਅਸੀਂ ਜਹਾਜੀ ਹਵੇਲੀ ਦੇ ਅੰਦਰ ਆ ਚੁੱਕੇ ਹਾਂ ਤੇ ਪੀਐਸ ਸੋਹਲ ਜੀ ਸਾਡੇ ਨਾਲ ਨੇ, ਜਿਨ੍ਹਾਂ ਨੇ ਇੱਥੋਂ ਦਾ ਮਾਡਲ ਤਿਆਰ ਕੀਤਾ ਤੇ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਇਹ ਕਮਰਾ ਜਿਹੜਾ ਇੱਕ ਇਹ ਰਹਿ ਗਿਆ ਤੇ ਇਸ ਤੋਂ ਪਿੱਛੇ ਵਾਲਾ ਰਹਿ ਗਿਆ, ਤੇ ਇਹ ਐਂਟਰੈਂਸ ਆ ਮੇਨ? ਹਾਂਜੀ, ਇਹ ਮੌਜੂਦਾ ਜਿਹੜਾ ਬਚੇ ਹੋਏ ਕਮਰੇ ਨੇ ਉਹਨਾਂ ਦਾ ਇੱਕ ਹਿੱਸਾ ਜੀ, ਖੱਬੇ ਹੱਥ ਮਤਲਬ ਇਹ ਬਿਲਡਿੰਗ ਦਾ ਹਿੱਸਾ ਹੈ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਉੱਪਰ ਤੱਕ ਸਾਡੀ 2 ਮੰਜ਼ਿਲ ਹਲੇ ਬਚੀ ਹੋਈ ਹੈ। ਇਹਨੂੰ ਬਚਾਉਣ ਦੀ ਅਸੀਂ ਕੋਸ਼ਿਸ਼ 'ਚ ਲੱਗੇ ਹਾਂ ਵੀ ਇੱਥੇ ਖੜਿਆ ਰਵੇ, ਢਹਿ ਨਾ। ਤੇ ਇੱਥੋਂ ਲੈ ਕੇ ਤੁਸੀਂ ਇੱਥੋਂ ਨਿਗਾਹ ਮਾਰ ਸਕਦੇ ਹੋ, ਕੈਮਰਾਮੈਨ ਨੂੰ ਕਹੂੰਗਾ ਵੀ ਤੁਸੀਂ ਬਾਹਰ ਦਿਖਾਓ। ਤੇ ਇਹ ਉਹ ਥਮਲਾ ਜਿਹੜਾ ਕੱਲਾ ਖੜਿਆ ਜੀ ਸਿੰਗਲ, ਉੱਥੇ ਤੱਕ ਇਹ ਬੇਸਮੈਂਟ ਸੀਗੀ ਟੋਟਲ ਨੀਚੇ, ਜਿਹਦਾ ਆਹ ਵਾਲਾ ਹਿੱਸਾ ਜਿਹੜਾ ਇਸ ਟਾਈਮ ਭਰਿਆ ਹੋਇਆ। ਇਹ ਉੱਪਰੋਂ ਇਮਾਰਤ ਢਹਿ ਗਈ, ਛੱਤਾਂ ਢਹਿ ਗਈਆਂ, ਜਿਸ ਕਰਕੇ 8 ਫੁੱਟ ਇਹ ਬੇਸਮੈਂਟ ਦਫਨ ਹੋ ਗਈ ਨੀਚੇ। ਇੱਥੋਂ ਲੈ ਕੇ ਉਹ ਜਿੱਥੇ ਤੱਕ ਬਾਂਸ ਗੱਡੇ ਅੱਗੇ, ਉਹ ਸਾਰੇ ਇੱਥੇ 8 ਕਮਰੇ ਤਕਰੀਬਨ ਬਰੇਡ ਹੈ। ਉਸ ਤੋਂ ਅੱਗੇ ਜਿਹੜਾ ਤੁਸੀਂ ਦੇਖ ਰਹੇ ਹੋ ਨੀਵਾਂ ਪੋਰਸ਼ਨ, ਉਹ ਬੇਸਮੈਂਟ ਦਾ ਖਾਲੀ ਕੀਤਾ ਹੋਇਆ ਜੀ, ਉਹਦੇ ਵਿੱਚ ਪੁਰਾਣਾ ਫਰਸ਼ ਵੀ ਉੱਦਾਂ ਨਿਕਲਿਆ। ਉਸ ਤੋਂ ਅੱਗੇ ਗਾਹਾਂ ਅੱਗੇ ਟਾਇਲਟ ਬਣਿਆ ਹੋਇਆ ਜੀ। ਅੱਛਾ, ਇਹ ਜਿਵੇਂ ਉਹ ਤੁਸੀਂ ਕੱਢੀਆਂ ਹੋਈਆਂ ਨੇ ਨਿਊਆਂ ਜਿਹੜੀਆਂ ਹੈਗੀਆਂ ਨੇ, ਇੱਥੋਂ ਵੀ ਤੁਸੀਂ ਇਹ ਕੱਢਣੀਆਂ ਨੇ ਜਿਵੇਂ ਇਹ ਦਬਿਆ ਹੋਇਆ ਥੱਲੇ? ਹਾਂਜੀ, ਅਸੀਂ ਕੋਰਟ ਦੇ ਵਿੱਚ ਪਰਮਿਸ਼ਨ ਅਸੀਂ ਅਪਲਾਈ ਕੀਤੀ ਹੋਈ ਹੈ ਕਿ ਸਾਨੂੰ ਆਗਿਆ ਦਿੱਤੀ ਜਾਵੇ, ਤੇ ਅਸੀਂ ਇਹਦੀ ਮਤਲਬ ਫਿਰ ਬਰੀਕੀ ਦੇ ਵਿੱਚ ਬਚਾ ਕੇ ਵੀ ਕੋਈ ਢਹਿ ਨਾ ਜਾਵੇ ਇਮਾਰਤ, ਅਸੀਂ ਬਚਾ ਕੇ ਇਹਨੂੰ ਖੁਦਾਈ ਕਰਾਂਗੇ ਜੀ। ਜੀ, ਰੱਖ ਰਖਾਵ ਲਈ ਇਹ ਜਿਹੜੀਆਂ ਪੱਤੀਆਂ ਲਾਈਆਂ ਹੋਈਆਂ ਤੁਸੀਂ, ਸਾਰਾ ਕੁਝ ਇਹ ਕਦੋਂ ਤੋਂ ਹੋ ਰਿਹਾ? ਇਹ 2016 ਦੇ ਵਿੱਚ ਕਮੇਟੀ ਵੱਲੋਂ ਕੰਮ ਕਰਾਇਆ ਗਿਆ ਸੀਗਾ ਜੀ। ਤੇ ਵੀ ਇਹਨੀ ਕਰੈਕ ਬਹੁਤ ਆ ਰਹੀ ਸੀ ਬਿਲਡਿੰਗ ਦੇ ਵਿੱਚ, ਇਹਨਾਂ ਦੇ ਕਰੈਕ ਰੋਕਣ ਲਈ ਤੇ ਕੁਝ ਬਾਹਰਲੇ ਜਿਹੜੇ ਬੰਦੇ ਸ਼ਰਾਰਤੀ ਅੰਸਰ ਹੁੰਦੇ ਆ, ਥੋੜਿਆਂ ਨਾਲ ਘਣਾ ਦੇ ਨਾਲ ਇਹਨਾਂ ਦੇ ਡਾਟਾਂ ਤੋੜ ਜਾਂਦੇ ਸੀਗੇ, ਇਸ ਕਰਕੇ ਸਟੀਲ ਰੋਡਾਂ ਲਗਾ ਦਿੱਤੀਆਂ ਗਈਆਂ ਵੀ ਕੋਈ ਇਹਨੂੰ ਤੋੜ ਨਾ ਸਕੇ ਛੇਤੀ। ਤਾਂ ਭਾਈ ਸਾਹਿਬ, ਆ ਜਿਹੜਾ ਚਲੋ ਅੱਗੇ ਵਾਲਾ ਕਮਰਾ ਵੀ ਦੇਖਦੇ ਆ, ਤੇ ਇਸ ਤੋਂ ਬਾਅਦ ਜਿਹੜਾ ਇਹ ਕਮਰਾ ਆ ਜਾਂਦਾ, ਤੇ ਅੱਛਾ ਇਹਦੀ ਛੱਤ ਹੈਗੀ ਹੈ ਵੀ ਸਪੋਰਟਾਂ ਲਾਈਆਂ ਹੋਈਆਂ? ਇਹ ਛੱਤ ਜੀ ਉਸ ਟਾਈਮ ਦੀ ਪੁਰਾਣੀ ਹੈ ਜੀ, ਇਹਨੂੰ ਕਰੈਕੇ ਦੇ ਜਿਹੜਾ ਐਲਟੀ ਕੰਪਨੀ ਦੁਆਰਾ ਮਤਲਬ ਸਟੀਲ ਦੇ ਰੋਡ ਲਾ ਕੇ ਇਹਨੂੰ ਮਤਲਬ ਸੇਵ ਕੀਤਾ ਗਿਆ ਜੀ। ਅੱਛਾ,
ਤੇ ਇਹ ਕਮਰਾ ਹੈ ਕਿਵੇਂ ਆ? ਜਿਵੇਂ ਮੰਨ ਲਓ ਇੱਕ ਰੈਸਟ ਰੂਮ ਹੁੰਦਾ ਜਾਂ ਕੋਈ, ਇਹ ਕਮਰੇ ਦਾ ਪਤਾ ਕੁਛ ਇਦਾਂ ਕਿਹੜਾ ਹੈ? ਇਹ ਪਹਿਲੀ ਮੰਜ਼ਿਲ ਦਾ ਹੀ ਕਮਰਾ ਜੀ, ਇਹ ਸਟਾਰਟਿੰਗ ਹੈ। ਹਾਂਜੀ, ਮਤਲਬ ਮੌਜੂਦਾ ਸਾਫ਼ ਹਾਲਤ ਦੇ ਵਿੱਚ ਪੁਰਾਣੀ ਦਿੱਖ 'ਚ ਇਹੀ ਬਚਿਆ ਹੋਇਆ ਇਸ ਟਾਈਮ। ਉੱਪਰ ਵੀ 2 ਕਮਰੇ ਹੈਗੇ, ਇਸ ਤੋਂ ਇਲਾਵਾ ਗੁੰਬਦ ਤੱਕ 4 ਕਮਰੇ ਟੋਟਲ, ਮਤਲਬ 4-5 ਕਮਰੇ ਹਲੇ ਬਚੇ ਹਾਲਤ ਦੇ ਵਿੱਚ ਹੈਗੇ ਆ ਆਪਣੇ ਕੋਲ। ਅੱਛਾ, ਉੱਪਰ ਵੀ ਕਮਰੇ ਹੈਗੇ ਨੇ ਇਹਦੇ ਬਚੇ ਹੋਏ? ਉੱਪਰ ਵੀ ਹੈਗੇ। ਹਾਂਜੀ, ਇਹ ਵਾਲਾ ਨਕਸ਼ਾ ਜੀ ਮੈਂ ਹੱਥ ਨਾਲ 3D ਤਿਆਰ ਕੀਤਾ ਇਹਦਾ। ਇਹਦੀ ਮਤਲਬ ਸਾਰੀ ਮੈਂ ਇੰਚ ਬਾਈ ਇੰਚ ਮੈਜ਼ਰਮੈਂਟ ਕਰਕੇ ਇਹਦੇ 'ਚ ਕਾਫੀ ਟਾਈਮ ਲਾਇਆ, ਤੇ ਇਹ ਹੱਥ ਨਾਲ ਮੈਂ ਇਹਦਾ 3D ਵਿਊ ਤਿਆਰ ਕੀਤਾ ਵੀ ਕਿਸੇ ਸਮੇਂ 400 ਸਾਲ ਪਹਿਲਾਂ ਹਵੇਲੀ ਇਦਾਂ ਦੀ ਦਿਖਦੀ ਹੁੰਦੀ ਸੀ। ਅੱਛਾ, ਇਸ ਤਰ੍ਹਾਂ ਦੀ ਹਵੇਲੀ ਸੀਗੀ? ਹਾਂਜੀ, ਇਹ ਹਵੇਲੀ ਸੀ। ਆਹ ਤੁਸੀਂ ਦੇਖ ਰਹੇ ਹੋ ਜੀ, ਇਹਦਾ ਇਹ ਮੁੱਖ ਦੁਆਰ ਹੈ। ਮੁੱਖ ਦੁਆਰ ਦੇ ਬਿਲਕੁਲ ਸਾਹਮਣੇ ਇਹਦੇ 'ਚ ਫੁਹਾਰਾ ਲੱਗਿਆ ਸੀਗਾ, ਸਵਿਮਿੰਗ ਪੂਲ ਬਣਿਆ ਹੋਇਆ ਸੀ। ਆਪਾਂ ਇਸ ਜਗ੍ਹਾ ਅੰਦਰ ਕਮਰੇ 'ਚ ਖੜੇ ਹਾਂ ਇਸ ਟਾਈਮ। ਠੀਕ ਹੈ ਜੀ। ਇਹ ਵਾਲਾ ਕਮਰਾ ਇਸ ਟਾਈਮ ਇਹ ਬਰੀਡ ਹੈ, ਉੱਪਰੋਂ ਢਹਿ ਕੇ ਜਿਹੜਾ ਤੁਸੀਂ ਦਿਖਾਇਆ ਸੀਗਾ ਉਹ ਹੈ। ਇੰਨਾ ਪੋਰਸ਼ਨ ਜਿਹੜਾ ਸਾਰਾ ਇਹ ਖਤਮ ਹੋ ਚੁੱਕਾ ਜੀ। ਤੇ ਇਹ ਪੋਰਸ਼ਨ ਦੀ ਇੱਕ ਕੰਧ ਪਿੱਛੇ ਖੜੀ ਹੈ, ਉਹਦੇ ਨਾਲ ਇਹ ਪੌੜੀਆਂ ਦਾ ਰਸਤਾ, ਨਾਲ ਇੱਥੇ ਟਾਇਲਟ ਬਾਥਰੂਮ ਹੈਗਾ ਜੀ, ਇਹ ਬਚਿਆ ਹੋਇਆ ਇਹਦਾ। ਜਿਹੜਾ ਰਸਤਾ ਹੈਗਾ, ਹਾਂਜੀ, ਇਹ ਜਿਹੜਾ ਇੰਨਾ ਪੋਰਸ਼ਨ ਹੈਗਾ, ਇਹ ਮੰਨ ਲਓ ਜਿਹੜਾ ਸਾਹਮਣੇ ਢਿਆ ਹੋਇਆਗਾ ਉਹ ਪੋਰਸ਼ਨ ਹੈ ਇਹ? ਹਾਂਜੀ, ਇਹ ਉਹ ਪੋਰਸ਼ਨ ਹੈ ਜੀ। ਇਹ ਵਾਲੀ ਜਗ੍ਹਾ ਉੱਥੇ ਜਿੱਥੇ ਲਿਖ ਕੇ ਲਾਇਆ ਤਹਿਖਾਨੇ ਦੀ ਪੌੜੀਆਂ, ਇਹ ਉਹ ਜਗ੍ਹਾ ਦਾ ਦਰਵਾਜ਼ਾ ਜੀ। ਇੱਥੋਂ ਬੇਸਮੈਂਟ ਨੂੰ ਲੰਘਾ ਸੀ, ਤੇ ਇਹਦੇ ਉੱਪਰ ਤੁਸੀਂ ਦੇਖ ਰਹੇ ਹੋ ਜਿਵੇਂ ਕਹਿੰਦੇ ਹੋ ਜਹਾਜ਼ ਹਵੇਲੀ ਕਿਉਂ ਕਹਿੰਦੇ ਆ, ਅਗਲਾ ਹਿੱਸਾ ਸਾਰਾ ਸਮੁੰਦਰੀ ਜਹਾਜ਼ ਦੇ ਡੈਕ ਵਰਗਾ ਲੰਬਾ ਖਾਲੀ ਹੈ, ਸੈਂਟਰ ਦੇ ਵਿੱਚੋਂ ਹੀ ਉੱਚਾ ਹੈ, ਪਿੱਛੋਂ ਦੀ ਨੀਵਾਂ ਹੈ, ਲੱਕੜ ਦੀ, ਜਿਵੇਂ ਉਸ ਸਮੇਂ ਕਿਸ਼ਤੀਆਂ ਵੱਡੀਆਂ ਚੱਲੀਆਂ ਜਾਂਦੀਆਂ ਸਮੁੰਦਰਾਂ ਦੇ ਵਿੱਚ। ਇਹ ਉਹਦੀ ਨਕਲ ਬਣਾ ਕੇ ਮਤਲਬ ਇਹ ਬਣਾਇਆ ਗਿਆ ਸੀ। ਨਾਲੇ ਇਹਦੀ ਤੁਸੀਂ ਇਹ ਦੇਖੋ ਕਿ ਅੱਧੀ ਬੇਸਮੈਂਟ 5 ਫੁੱਟ ਮਿੱਟੀ ਦੇ ਵਿੱਚ ਹੈ, ਇਹ ਵਿੰਡੋ ਦੀ ਤਰ੍ਹਾਂ ਯੂਜ਼ ਹੁੰਦਾ ਸੀ। ਇਹ ਜਿਵੇਂ ਸਮੁੰਦਰ ਥੋੜਾ ਜਿਹਾ ਸਿੰਕ ਕਰਕੇ ਚੱਲਦਾ ਪਾਣੀ ਦੇ ਵਿੱਚ, ਇਸ ਤਰ੍ਹਾਂ ਜਹਾਜ਼ ਹਵੇਲੀ ਪੂਰੀ ਇਹ ਬਣਾਉਣ ਵਾਸਤੇ ਇਹਨਾਂ ਨੇ ਮਿੱਟੀ ਦੇ ਵਿੱਚ ਥੋੜੀ ਜਿਹੀ ਬੇਸਮੈਂਟ ਸਿੰਕ ਕਰਕੇ ਰੱਖੀ ਹੋਈ ਹੈ, ਕਿ ਦੱਬੀ ਹੋਈ ਹੈ, ਪੂਰੀ ਜਹਾਜ਼ੀ ਲੁੱਕ ਦੇਣ ਵਾਸਤੇ। ਤਾਂ ਇਹ ਜੇ ਜੇ ਆਪਾਂ ਉਹ ਕਰੀਏ, ਇਹ ਢਹੀ ਕਦੋਂ ਕਾ? ਜਿਵੇਂ ਮੰਨ ਲਓ ਉਸ ਸਮੇਂ ਤੋਂ ਬਾਅਦ ਜੇ ਆਪਾਂ ਲਾ ਲਈਏ, ਇੰਨਾ ਲੰਮਾ ਸਮਾਂ ਰਿਹਾ ਹੋਣਾ, ਕਿਉਂਕਿ ਇੱਕਦਮ ਤਾਂ ਢਹੀ ਨਹੀਂ ਹੋਣੀ ਇਹ, ਹੈ ਨਾ? ਰੱਖ ਰਖਾਵ ਨਹੀਂ ਹੋਇਆ ਹੋਣਾ, ਤਾਂ ਢਹੀ ਨੂੰ ਕਿੰਨਾ ਕੁ ਸਮਾਂ ਹੋ ਗਿਆ ਜੇ ਮੰਨ ਲਈ ਆਪਾਂ ਉਹ ਪਿੱਛੇ ਜਿਵੇਂ ਮੰਨ ਲਓ ਖਰਾਬ ਹੋ ਗਿਆ? ਦੇਖੋ ਜੀ, ਤਕਰੀਬਨ 40 ਕੁ ਸਾਲ ਪੁਰਾਣੀ ਜਿਹੜੀ ਫੋਟੋਆਂ ਨੈੱਟ ਤੇ ਵੀ ਸਾਨੂੰ ਮਿਲਦੀਆਂ ਜਾਂ ਬੁੱਕਸ 'ਚ ਮਿਲਦੀਆਂ, ਉਹਦੇ 'ਚ ਢਹਿਈ ਹੋਈ ਦਿਖਦੀ ਹੈ ਹਵੇਲੀ। ਇਹਨੂੰ ਮਤਲਬ ਜਾਣਬੁੱਝ ਕੇ ਢਾਇਆ ਗਿਆ ਸ਼ਰਾਰਤੀ ਅਨਸਰਾਂ ਦੁਆਰਾ। ਵੈਸੇ ਹਵੇਲੀ ਬਹੁਤ ਮਜ਼ਬੂਤ ਹੈ, ਹਲੇ ਵੀ ਬਹੁਤ ਮਜ਼ਬੂਤ ਹੈ। ਇਹਦੀ ਇੱਟ ਵੀ ਇੱਕ ਮਤਲਬ ਆਪਾਂ ਹੱਥ ਨਾਲ ਨਹੀਂ ਪੱਟ ਸਕਦੇ, ਇਹਨੂੰ ਥੋੜਿਆਂ ਨਾਲ, ਘਣ ਦੇ ਨਾਲ, ਛੈਣੀਆਂ ਨਾਲ ਮਤਲਬ ਵਰਤੋਂ ਕਰਕੇ ਇਹਨੂੰ ਜਾਣਬੁੱਝ ਕੇ ਢਾਇਆ ਗਿਆ ਸ਼ਰਾਰਤੀਆਂ ਵੱਲੋਂ। ਤੇ ਆਪਾਂ ਗੱਲ ਕਰੀਏ ਤਾਂ ਸਾਰੀ ਸਰਹੰਦੀ ਇੱਟਾਂ ਦੇ ਨਾਲ ਬਣੀ ਹੋਈ ਆ। ਤੇ ਸਰਹੰਦੀ ਇੱਟਾਂ ਦੀ ਵੀ ਜੇ ਮੈਂ ਤੁਹਾਨੂੰ ਪੁੱਛ ਲਵਾਂ ਇੱਥੇ, ਜਿਵੇਂ ਮੰਨ ਲਓ ਸਰਹੰਦੀ ਇੱਟਾਂ ਆਪਣੇ ਕਹਿੰਦੇ ਹੁੰਦੇ ਸੀ ਪੁਰਾਣੀਆਂ ਜਿਹੜੀਆਂ ਵਿਰਾਸਤਾਂ ਹੁੰਦੀਆਂ ਸੀਗੀਆਂ, ਪੁਰਾਣੀਆਂ ਚੀਜ਼ਾਂ ਜਿਹੜੀਆਂ ਬਣੀਆਂ ਹੁੰਦੀਆਂ ਸੀ ਸਰਹੰਦੀ ਇੱਟਾਂ ਦੇ ਨਾਲ, ਇਹਨਾਂ ਦੀ ਖਾਸੀਅਤ ਕੀ ਸੀਗੀ? ਜਾਂ ਉਸ ਸਮੇਂ ਸੈਂਚਾ ਹੀ ਇਹ ਹੁੰਦਾ ਸੀਗਾ? ਨਹੀਂ, ਉਦੋਂ ਜੀ ਇਹ ਛੋਟੀ ਇੱਟ ਜਿਹੜੀ ਸਰਹੰਦੀ ਇੱਟ ਕਹਿੰਦੇ ਆ, ਇਹਦਾ ਕਈ ਸਾਈਜ਼, ਕਈ ਮੇਲ ਦੀ ਇੱਟ ਇਹਦੇ 'ਚ ਲੱਗੀ ਹੋਈ ਹੈ ਜੀ। ਇਹਦੇ ਵਿੱਚ ਤਕਰੀਬਨ 10 ਇੰਚ ਲੰਬੀ ਤੇ 5 ਇੰਚ ਚੌੜੀ ਇਹ ਇੱਦਾਂ ਦੀ ਇੱਟ ਵੀ ਲੱਗੀ ਹੋਈ ਹੈ। 6.5 ਬਾਏ 3.5 ਇੰਚ ਦੀ ਵੀ ਲੱਗੀ ਹੋਈ ਹੈ ਜੀ। ਮਤਲਬ 5-6 ਮੇਲ ਦੀਆਂ ਇੱਟਾਂ ਲੱਗੀਆਂ ਹੋਈਆਂ ਵੱਡੀਆਂ ਛੋਟੀਆਂ। ਵੈਸੇ ਇਹ ਇੱਟ ਬਹੁਤ ਜ਼ਿਆਦਾ ਮਜ਼ਬੂਤ ਹੈ, ਵੀ ਆਪਾਂ ਇਹਨੂੰ ਮਤਲਬ ਥੋੜੀ ਨਾਲ ਵੀ ਛੇਤੀ ਨਹੀਂ ਟੁੱਟਦੀ। ਇਹ ਬਣੀ ਵੀ ਸਾਰੀ ਜਿਵੇਂ ਮੰਨ ਲਓ ਚੂਨੇ ਨਾਲ ਹੋਈ ਆ ਨਾ, ਚੂਨੇ ਦੇ ਨਾਲ ਵਿੱਚ ਪਾ ਕੇ। ਇਹਦੀ ਜਿੰਨੀ ਵੀ ਚਨਾਈ ਹੋਈ ਹੈ ਤੇ ਪਲਸਤਰ ਹੋਇਆ ਸਭ ਚੂਨਾ ਤੇ ਕੇਰੀ ਮਿਕਸ ਕਰਕੇ। ਤੇ ਇਹਦੇ ਵਿੱਚ ਹੋਰ ਵੀ ਕਾਫੀ ਕੁਝ ਪੈਂਦਾ ਹੁੰਦਾ ਸੀ, ਜਿਵੇਂ ਬਿੱਲ ਪੈਂਦਾ ਹੁੰਦਾ ਸੀ, ਗੁੜ ਦਾ ਸ਼ੀਰਾ, ਮਾਂਹ ਦੀ ਦਾਲ, ਕਾਫੀ ਕੁਝ ਇਹਦੇ 'ਚ ਆਈਟਮ ਮਿਕਸ ਕਰਕੇ ਨਾ ਫਿਰ ਇਹ ਮਜ਼ਬੂਤੀ ਪੂਰੀ ਕਾਇਮ ਹੁੰਦੀ ਸੀ ਇਹਨਾਂ ਦੀ। ਅੱਛਾ, ਇਹ ਵਿੱਚ ਗੁੜ ਦਾ ਸ਼ੀਰਾ, ਮਾਂਹ ਦੀ ਦਾਲ, ਸਾਰਾ ਕੁਝ ਇਹਦੇ ਵਿੱਚ ਪੈਂਦਾ ਸੀਗਾ ਚਣਾਈ ਦੇ ਵਿੱਚ? ਹਾਂਜੀ ਹਾਂਜੀ, ਇਹ ਚੀਜ਼ਾਂ ਨੂੰ ਮਿਲਾ ਕੇ ਨਾ ਇਹਦੇ ਨਾਲ ਕੁਛ ਤਾਂ ਚਿਕਨਾਹਟ ਆ ਜਾਂਦੀ ਸੀ, ਕੁਛ ਮਜ਼ਬੂਤੀ ਆ ਜਾਂਦੀ ਸੀ ਇਹਦੇ ਵਿੱਚ। ਇਹ ਕਾਫੀ ਕੁਝ ਮਤਲਬ ਪੁਰਾਣੇ ਜਿਹੜੇ ਮਿਸਤਰੀ ਹੁੰਦੇ ਸੀ ਉਹ ਇਹਦੇ 'ਚ ਮਿਲਾ ਕੇ ਫਿਰ ਉਹਨੂੰ ਤਿਆਰ ਕਰਦੇ ਹੁੰਦੇ ਸੀਗੇ। ਭਾਈ ਸਾਹਿਬ, ਇਸ ਦੇ ਨਾਲ ਜਿਹੜੀ ਹੋਰ ਰਸੋਈ ਆ, ਚਲੋ ਆਪਾਂ ਉਹ ਵੀ ਦੇਖਦੇ ਹਾਂ ਤੇ ਸੰਗਤ ਨੂੰ ਦਿਖਾਉਂਦੇ। ਤਾਂ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਲਾਂਗਰੀ ਦਾ ਕਮਰਾ, ਜੋ ਨੌਕਰ ਦਾ ਕਮਰਾ ਸੀਗਾ ਦੀਵਾਨ ਟੋਡਰਮਲ ਜੀ ਦੇ। ਤਾਂ ਸਾਡੇ ਨਾਲ ਨੇ ਭਾਈ ਸਾਹਿਬ, ਇਹ ਟੱਟ ਗਿਆ ਕਮਰਾ? ਹਾਂਜੀ, ਇਹ ਵੀ ਮਤਲਬ ਸ਼ਰਾਰਤੀ ਅਨਸਰਾਂ ਦੁਆਰਾ ਛੱਤ ਇਹਦੀ ਗਿਰੀ ਗਈ ਹੈ। ਇਹ ਮੈਂ ਇਹਦੀ ਪੂਰੀ ਖੋਜਬੀਨ ਕਰਕੇ ਕਿ ਇਹ ਪੋਰਸ਼ਨ ਕੀ, ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਕੀ ਚੀਜ਼ ਹੈ। ਫਿਰ ਜਦੋਂ ਮੈਂ ਇਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ, ਇਹਦੇ 'ਚ ਪਾਣੀ ਦੀ ਸਪਲਾਈ ਵੀ ਸੀਗੀ, ਇਹਦੇ ਵਿੱਚ ਛੱਤ ਦੇ ਵਿੱਚ ਹੋਲ ਰੱਖੇ ਗਏ ਹਨ ਜਿਹਨੂੰ ਚਿਮਨੀ ਦੀ ਤਰ੍ਹਾਂ ਵਰਤਿਆ ਜਾਂਦਾ ਸੀ। ਤੇ ਸਾਨੂੰ ਖੁਦਾਈ ਦੇ ਵਿੱਚ ਇਹਦੀ ਮਿੱਟੀ ਦੇ ਵਿੱਚੋਂ, ਫਰਸ਼ ਦੇ ਵਿੱਚੋਂ ਨਾ ਰਾਖ ਵੀ ਲੱਭੀ ਹੈ, ਕੋਲੇ ਲੱਭੇ ਆ ਪੁਰਾਣੇ, ਕਿ ਇੱਥੇ ਚੁੱਲ੍ਹਾ ਚੱਲਿਆ ਕਰਦਾ ਹੁੰਦਾ ਸੀਗਾ। ਇਹ ਉਹਨਾਂ ਦੇ ਲਾਂਗਰੀਆਂ ਦਾ ਕਿਚਨ ਪਾਰਟ ਦਾ ਮਤਲਬ ਇੱਕ ਹਿੱਸਾ ਹੈ, ਤੇ ਲਾਂਗਰੀ ਨੌਕਰ ਦਾ ਕਮਰਾ ਜੀ ਇਹ। ਹਾਂਜੀ, ਠੀਕ ਹੈ ਜੀ। ਮੰਨ ਲਓ ਇੱਥੇ ਜਿਵੇਂ ਤੁਸੀਂ ਕਹਿੰਦੇ ਹੋ ਪਾਣੀ ਦੀ ਸਪਲਾਈ ਸੀਗੀ, ਪਾਣੀ ਦੀ ਸਪਲਾਈ ਕਿਸ ਤਰ੍ਹਾਂ ਸੀਗੀ ਇਹਦੇ ਵਿੱਚ? ਪਾਣੀ ਖੂਹ ਦੇ ਵਿੱਚੋਂ ਆਇਆ ਕਰਦਾ ਸੀਗਾ ਜੀ, ਪਿੱਛੋਂ ਖੇਤ ਦੇ ਵਿੱਚ ਇੱਕ ਖੂਹ ਹੈ, ਅੱਜ ਵੀ ਹੈਗਾ, ਪਰ ਉਹ ਮਿੱਟੀ ਭਰ ਕੇ ਬੰਦ ਕੀਤਾ ਹੋਇਆ, ਛੋਟੀ ਇੱਟ ਦਾ ਬਣਿਆ ਹੋਇਆ। ਉੱਥੋਂ ਹਲਟ ਚੱਲਦੀ ਹੁੰਦੀ ਸੀ, ਹਲਟ ਦੇ ਜ਼ਰੀਏ ਪਾਣੀ, ਪਿੱਛੇ ਜਿਹੜੀ ਹੌਦੀ ਤੁਹਾਨੂੰ ਮੈਂ ਦਿਖਾਵਾਂਗਾ, ਉਹਦੇ ਵਿੱਚ ਬਣੀ ਹੋਈ ਹੈ। ਤੇ ਉਸ ਦੇ ਵਿੱਚ ਜਿਹੜਾ ਹਲਟ ਦੇ ਜ਼ਰੀਏ ਪਾਣੀ ਆ ਕੇ ਸਿੱਧਾ ਸਪਲਾਈ ਕਿਚਨ ਦੇ ਵਿੱਚ ਜਾਂਦੀ ਸੀ, ਫਿਰ ਕਿਚਨ ਤੋਂ ਹੋ ਕੇ ਅੰਡਰਗਰਾਊਂਡ ਪਾਈਪਿੰਗ ਦੇ ਜ਼ਰੀਏ ਸਵਿਮਿੰਗ ਪੂਲ 'ਚ ਜਾਇਆ ਕਰਦਾ ਸੀ। ਠੀਕ ਹੈ, ਜਿਹੜਾ ਉਸ ਵਿੱਚ। ਹਾਂਜੀ ਹਾਂਜੀ ਹਾਂਜੀ। ਠੀਕ ਹੈ।
ਤੇ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਆਹ ਰਸੋਈ ਆ ਭਾਜੀ ਹਨਾ। ਹਾਂਜੀ ਇਧਰੋਂ ਰਸੋਈ ਤੁਸੀਂ ਦੇਖ ਸਕਦੇ ਹਾਂਜੀ ਹਾਂਜੀ, ਤੇ ਆ ਜੋ ਆਪਾਂ ਰਸੋਈ ਦੇਖਦੇ ਹਾਂ, ਤੇ ਆ ਜਿਵੇਂ ਮੰਨ ਲਓ ਇਹ ਉਹੀ ਜਿਹੜਾ ਤੁਸੀਂ ਕਹਿੰਦੇ ਹੋ ਜਹਾਜ਼ਨੁਮਾ ਹੈ ਨਾ, ਇਹ ਥੱਲੇ ਹਾਂਜੀ ਇਹ ਬੇਸਮੈਂਟ ਦੀ ਇਧਰਲੀ ਰਾਈਟ ਹੈਂਡ ਵਾਲੇ ਪਾਸਿਓਂ ਜੇ ਜਾਈਏ ਆਪਾਂ ਸੱਜੇ ਹੱਥੋਂ ਤੇ ਇਹਦੀ ਵਿੰਡੋ ਹੈ ਜੀ। ਠੀਕ ਹੈ ਜੀ। ਹਾਂਜੀ ਤਾਂ ਇੱਥੇ ਵੀ ਜਿਵੇਂ ਮੰਨ ਲਓ ਤੁਸੀਂ ਦੇਖ ਸਕਦੇ ਹੋ, ਇਹ ਜਿਹੜਾ ਕ੍ਰਿਸ਼ਨਾ ਦਿਖਾ ਦਿਓ ਉੱਪਰ ਛੱਤ ਦੇ ਵਿੱਚ ਜਿਹੜੇ ਲਾਏ ਹੋਏ ਨੇ ਭਾਈ ਸਾਹਿਬ, ਇਹਨੂੰ ਕੀ ਹੈ ਕੀ ਚੀਜ਼ ਇਹ ਜਿਹੜੇ ਛੱਤ ਦੇ ਵਿੱਚ ਤੁਸੀਂ ਕੀਤਾ ਹੋਇਆ? ਇਹ ਜੀ ਕਰੈਕ ਸੀਗੇ ਐਕਚੁਅਲੀ 1.5-2 ਇੰਚ ਮੋਟੇ, ਤੇ ਇਹਦੇ ਵਿੱਚ ਸਟੀਲ ਦੀ ਰੋਡ ਹੁੰਦੀ ਹੈ, ਇਹਦੇ 'ਚ ਚੂੜੀ ਹੁੰਦੀ ਹੈ 6-7 ਇੰਚ ਲੰਬੀ। ਇਹਨੂੰ ਮਤਲਬ ਅੰਦਰ ਡੂੰਘਾ ਲੰਘਾਇਆ ਜਾਂਦਾ ਤੇ ਫਿਰ ਇਹਨੂੰ ਸੋਲਿਊਸ਼ਨ ਦੇ ਨਾਲ ਨਾ ਕੈਮੀਕਲ ਦੇ ਨਾਲ ਪੇਸਟ ਕੀਤਾ ਜਾਂਦਾ ਤਾਂ ਕਿ ਤਰੇੜ ਨੂੰ ਫੜ ਕੇ ਰੱਖੇ, ਮਤਲਬ ਅੱਗੇ ਕੰਧਾਂ ਨਾ ਹਿੱਲਣ। ਠੀਕ ਹੈ ਜੀ। ਤੇ ਰਸੋਈ ਵਾਲਾ ਕਮਰਾ ਇਸ ਦੇ ਵਿੱਚ ਜਿਹੜੇ ਆ ਉਹ ਉੱਪਰ ਜਿਵੇਂ ਆਪਾਂ ਚਿਮਨੀ ਰੱਖ ਲੈਂਦੇ ਆ ਉਸ ਤਰ੍ਹਾਂ ਰੱਖਿਆ ਹੋਇਆ ਉਹ ਜਿਹੜਾ ਉੱਪਰ? ਦੇਖੋ ਅਸੀਂ ਇਹਦੇ 'ਚ ਨਾ ਸਾਰਾ ਕੁਝ ਜਿੰਨੀ ਵੀ ਇਨਫੋਰਮੇਸ਼ਨ ਆ ਲਿਖ ਕੇ ਲਗਾ ਦਿੱਤੀ ਕਿ ਇਹ ਪਹਿਲਾ ਕਮਰਾ ਰਸੋਈ ਦਾ। ਪਹਿਲਾਂ ਲਾਂਗਰੀ ਰੂਮ ਆਉਂਦਾ, ਉਸ ਤੋਂ ਬਾਅਦ ਇੱਕ ਲਾਂਘਾ ਗਲੀ ਸੁਰੰਗ ਨੂਮਾ ਬਣਿਆ ਹੋਇਆ ਜੀ, ਉਹਦੇ ਵਿੱਚੋਂ ਹੋ ਕੇ ਅਸੀਂ ਜਦੋਂ ਅੰਦਰ ਆਉਂਦੇ ਹਾਂ ਤੇ ਪਹਿਲਾ ਕਮਰਾ ਕਿਚਨ ਦਾ ਮਿਲਦਾ ਹੁੰਦਾ। ਇਹਦੇ ਵਿੱਚ ਇੱਕ ਥੱਲੇ ਨਾਲੀ ਵੀ ਬਣੀ ਹੋਈ ਹੈ, ਇੱਥੇ ਮਤਲਬ ਸਾਫ਼ ਸਫਾਈ ਕਰਕੇ ਪਾਣੀ ਕੱਢਣ ਵਾਸਤੇ ਬਾਹਰ, ਤੇ ਬਾਕੀ ਇਹਦੇ ਉੱਪਰ ਇੱਕ ਛੱਤ ਇੱਕ ਗੋਲ ਚਿਮਨੀ ਵੀ ਬਣੀ ਹੈ ਜਿਹਦੇ ਵਿੱਚ ਚੁੱਲ੍ਹਿਆਂ ਦਾ ਧੂੰਆਂ ਨਿਕਲਦਾ ਵੀ ਹੁੰਦਾ ਸੀ, ਪਲੱਸ ਇਹ ਰੋਸ਼ਨੀ ਦੇਣ ਦਾ ਵੀ ਕੰਮ ਕਰਦਾ ਹੁੰਦਾ ਸੀ। ਠੀਕ ਹੈ ਜੀ। ਆਹ ਕ੍ਰਿਸ਼ਨਾ ਦਿਖਾ ਦਿਓ ਉੱਪਰ ਛੱਤ ਦੇ ਵਿੱਚ ਜਿਵੇਂ ਆਪਾਂ ਚਿਮਨੀਆਂ ਰੱਖ ਲੈਂਦੇ ਸੀਗੇ ਉਸ ਤਰ੍ਹਾਂ ਇਹ ਪੁਰਾਣੀ ਰੱਖੀ ਹੋਈ ਆ, ਤੇ ਇਹਦੇ ਨਾਲ ਆ ਲੋਹੇ ਦੇ ਜਿਹੜੇ ਉਹਨੇ ਸਪੋਰਟ ਦੇ ਕੇ ਇਹਨੂੰ ਖੜਾਇਆ ਹੋਇਆ। ਤਾਂ ਭਾਈ ਸਾਹਿਬ ਆਹ ਜਿਹੜੀ ਚੀਜ਼ ਆ ਆਹ ਕੀ ਹੈ ਇੱਥੋਂ? ਇਹ ਹੈਗਾ ਜੀ ਐਕਚੁਅਲੀ ਬੇਸਮੈਂਟ ਦਾ ਲਾਸਟ ਕਮਰਾ ਇੱਧਰੋਂ ਸੱਜੇ ਬੰਨਿਓ, ਤੇ ਇਹਦੇ ਵਿੱਚ ਉੱਪਰੋਂ ਦੀ ਮਤਲਬ ਛੱਤਾਂ ਜਿਹੜੀਆਂ ਢਹਿ ਗਈਆਂ ਸੀ ਉਹਦਾ ਮਲਬਾ ਅੰਦਰ ਭਰਿਆ ਹੋਇਆ 8 ਫੁੱਟ ਤੱਕ, ਤੇ ਇਹ ਅਸੀਂ ਕੱਢਾਂਗੇ ਤੇ ਉਸ ਤੋਂ ਬਾਅਦ ਬੇਸਮੈਂਟ ਇੱਥੇ ਤੱਕ ਖਾਲੀ ਹੋ ਜੂਗੀ। ਠੀਕ ਹੈ ਜੀ। ਤੇ ਇਸ ਦੇ ਨਾਲ ਆਪਾਂ ਚਲੋ ਦੇਖ ਲਈਏ ਹੋਰ ਵੀ ਇਹਦੇ ਨਾਲ ਆਹ ਰਸੋਈ ਦੀ ਅਲਮਾਰੀ ਵੀ ਤੁਸੀਂ ਦੇਖ ਸਕਦੇ ਹੋ। ਇਹ ਪੁਰਾਣੇ ਟਾਈਪ ਜਿਵੇਂ ਆਪਾਂ ਭਾਜੀ ਕਹਿ ਸਕਦੇ ਆ, ਇਹਦੇ ਉੱਪਰ ਦਰਵਾਜ਼ਾ ਹੈ ਸੀ ਕੋਈ ਜਾਂ ਨਹੀਂ? ਹਾਂਜੀ ਇਹਦੇ ਕਿਸੇ ਟਾਈਮ ਲੱਗਿਆ ਹੋਊਗਾ ਦਰਵਾਜ਼ਾ ਜੀ, ਚੁਗਾੜ ਦਾ ਪੂਰਾ ਇਹਦੇ 'ਚ ਮਤਲਬ ਬਣਿਆ ਹੋਇਆ ਸਿੰਬਲ, ਫਰਸ਼ ਵੀ ਪਿਆ ਹੋਇਆ ਨੀਚੇ ਤੁਸੀਂ ਦੇਖ ਸਕਦੇ ਹੋ, ਤੇ ਅਸੀਂ ਇਹਦੇ 'ਚ ਲਿਖ ਕੇ ਲਗਾ ਦਿੱਤਾ। ਕਈਆਂ ਨੂੰ ਸਮਝ ਨਹੀਂ ਆਉਂਦਾ ਸੀ, ਇਸ ਕਰਕੇ ਅਸੀਂ ਪੂਰੀ ਇਨਫੋਰਮੇਸ਼ਨ, ਸੰਗਤ ਕਾਫੀ ਆਉਂਦੀ ਹੈ ਤੇ ਵਾਰੀ-ਵਾਰ ਸਭ ਨੂੰ ਦੱਸਣਾ ਔਖਾ ਹੋ ਜਾਂਦਾ। ਇਨਫੋਰਮੇਸ਼ਨ ਤਾਂ ਤੁਸੀਂ ਮੈਨੂੰ ਲੱਗਦਾ ਇਸ ਵਾਰ ਹੀ ਲਾਈ ਆ, ਮੈਂ ਪਿਛਲੀ ਵਾਰ ਵੀ ਇੱਥੇ ਆਏ ਸੀਗੇ ਅਸੀਂ ਹੈ ਨਾ? ਹਾਂਜੀ ਇਹ 4-5 ਦਿਨਾਂ ਤੁਸੀਂ ਲਗਾਈ ਹੈ, ਜੋੜ ਮੇਲੇ 'ਚ ਕਾਫੀ ਸੰਗਤ ਆਏਗੀ, ਇਸ ਕਰਕੇ ਅਸੀਂ ਵੀ ਵਾਰ-ਵਾਰ ਦੱਸਣ ਨਾਲੋਂ ਚੰਗਾ ਸੀ ਇਹ ਲਿਖ ਕੇ ਲਾ ਦਿੱਤਾ ਜੀ। ਠੀਕ ਹੈ ਜੀ। ਇੱਧਰ ਦੇਖ ਲਈ ਆਪਾਂ, ਬਾਹਰ ਇੱਧਰ ਨੂੰ ਜਾਓ ਜੀ, ਇਹ ਚੁੱਲ੍ਹਾ। ਠੀਕ ਹੈ ਜੀ। ਇਹ ਮੁੱਖ ਕਿਚਨ ਦਾ ਵੱਡਾ ਚੁੱਲ੍ਹਾ ਇੱਥੇ ਲੱਗਦਾ ਹੁੰਦਾ ਸੀਗਾ ਜੀ। ਅਸੀਂ ਜਦੋਂ ਇਹਦੀ ਖੁਦਾਈ ਕੀਤੀ ਫਰਸ਼ ਦੀ, ਸਾਨੂੰ ਇੱਥੇ ਰਾਖ ਵੀ ਲੱਭੀ ਸੀ। ਤੁਸੀਂ ਆਹ ਥੱਲੇ ਦੇਖ ਸਕਦੇ ਹੋ ਜੀ, ਮੈਂ ਕੈਮਰਾਮੈਨ ਨੂੰ ਕਹਿੰਦਾ ਵੀ ਨੀਚੇ ਤੁਸੀਂ ਦੇਖੋ, ਇੰਨਾ ਹਿੱਸਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕੱਚਾ ਹੈ। ਜਿਸ ਜਗ੍ਹਾ ਤੁਸੀਂ ਵੀ ਖੜ੍ਹੇ ਹੋ, ਅੱਗੋਂ ਵੀ ਖੜ੍ਹੇ ਹੋ, ਤੇ ਮੇਰੇ ਖੱਬੇ ਪਾਸੇ ਤੇ ਤੁਹਾਡੇ ਸੱਜੇ ਪਾਸੇ ਜਿੱਥੇ ਕੈਮਰਾਮੈਨ ਖੜ੍ਹੇ ਆ ਉੱਥੇ ਪੱਕਾ ਹੈ, ਇੱਟਾਂ ਲੱਗੀਆਂ ਹੋਈਆਂ। ਇੰਨਾ ਥਾਂ ਸਾਨੂੰ ਕੱਚਾ ਲੱਭਿਆ ਇਹਦੇ ਵਿੱਚ। ਕੱਚੀ ਥਾਂ ਉੱਥੇ ਹੁੰਦੀ ਹੈ ਜਿੱਥੇ ਚੁੱਲ੍ਹਾ ਲਾਇਆ ਜਾਂਦਾ ਜੀ। ਹਾਂਜੀ। ਤੇ ਇਹਦੇ ਉੱਪਰ ਵੱਡੀ ਚਿਮਣੀ ਹੈ ਜੀ, ਉੱਪਰ ਅਸੀਂ ਲਿਖ ਕੇ ਵੀ ਲਾ ਦਿੱਤਾ ਵੀ ਇਹ ਇੱਥੇ ਧੂੰਆਂ ਕੱਢਣ ਨੂੰ ਵੱਡੀ ਚਿਮਣੀ ਬਣੀ ਹੈ। ਜਦੋਂ ਇਹਦਾ ਧੂੰਆਂ ਨਿਕਲਿਆ ਕਰਦਾ ਸੀਗਾ ਤੇ ਸਮੁੰਦਰੀ ਜਹਾਜ਼ ਦੀ ਤਰ੍ਹਾਂ ਜਿਵੇਂ ਚੱਲਦਾ ਸ਼ਿਪ ਹੁੰਦਾ, ਧੂੰਆਂ ਛੱਡਦਾ ਜਾਂਦਾ, ਤੇ ਇੱਦਾਂ ਲੱਗਦਾ ਇਹ ਹਵੇਲੀ। ਠੀਕ ਹੈ ਜੀ। ਤੇ ਇਸ ਦੇ ਨਾਲ ਇੱਧਰਲੇ ਪਾਸੇ ਕੀ ਬਣਿਆ ਹੋਇਆ ਇਹਦੇ ਨਾਲ? ਇਹ ਵਾਟਰ ਹੋਜ਼ ਹੈ ਜੀ, ਪਾਣੀ ਦਾ ਟੈਂਕ ਹੈ ਜਿਹਦੀ ਖੂਹ ਨਾਲ ਕਨੈਕਸ਼ਨ ਸੀਗਾ। ਖੂਹ ਦੇ ਵਿੱਚੋਂ ਹੱਟ ਦੇ ਜਰੀਏ ਪਾਣੀ ਆਇਆ ਕਰਦਾ ਸੀ, ਹੋਦੀਆਂ ਦੇ ਵਿੱਚੋਂ ਹੋ ਕੇ ਜਾਂਦਾ ਸੀ, ਤੇ ਨਾਲ ਇਹਦੇ 'ਚ ਤੁਸੀਂ ਪਾਈਪ ਵੀ ਦੇਖ ਸਕਦੇ ਹੋ ਉਸ ਟਾਈਮ ਦੀ ਪਈਆਂ ਸੱਜੇ। ਜਿਵੇਂ ਮੰਨ ਲਓ, ਅੱਛਾ ਆਹ ਪਾਈਪ ਪਏ ਹੋਏ ਨੇਗੇ ਇੱਥੇ, ਤਾਂ ਇਹ ਪਾਈਪ ਪਏ ਕਾਹਦੇ ਹੋਏ ਸੀਗੇ? ਕਿਹੜੀ ਧਾਤ ਦੇ, ਕਿਸੇ ਦੇ ਜਾਂ ਸੀਮੈਂਟ ਦੇ? ਇਹ 1.5 ਫੁੱਟ ਦਾ ਪੀਸ ਹੈ ਜੀ, ਇੱਕ ਸੈਰਾਮਿਕ ਟਾਇਲ ਦਾ, ਜਿਵੇਂ ਅੱਜ ਕੱਲ੍ਹ ਆਪਾਂ ਯੂਜ਼ ਕਰਦੇ ਹਾਂ, ਉਸ ਨਾਲ ਇਹ ਪਾਈਪ ਬਣਾਈ ਗਈ ਸੀ। ਠੀਕ ਹੈ ਜੀ। ਹਾਂਜੀ। ਤੇ ਆਹ ਕੰਧ ਤੋਂ ਪਰਲੀ ਸਾਈਡ ਜਿਹੜਾ ਤੁਸੀਂ ਕਹਿੰਦੇ ਹੋ ਖੂਹ ਸੀਗਾ? ਹਾਂਜੀ ਪਿੱਛੇ ਕਾਫੀ ਦੂਰ ਜਾ ਕੇ ਜੀ, ਤਕਰੀਬਨ 1 ਕਿੱਲਾ ਪਿੱਛੇ ਇਹ ਖੂਹ ਸੀਗਾ, ਜਿਹੜਾ ਹੁਣ ਵੀ ਹੈਗਾ ਉਹ ਮਿੱਟੀ ਦੇ 'ਚ, ਮਤਲਬ ਲੋਕਾਂ ਨੇ ਮਿੱਟੀ ਦੁਆਰਾ ਭਰ ਦਿੱਤਾ। ਬਾਕੀ ਉੱਥੇ ਹੋਦੀ ਵੀ ਸੀਗੀ, ਹਲਟ ਦਾ ਪੂਰਾ ਉੱਥੇ ਬਣਿਆ ਹੋਇਆ ਸਿਸਟਮ, ਤੇ ਉਹ ਹੁਣ ਮਤਲਬ ਤੋੜ ਵੀ ਦਿੱਤਾ ਗਿਆ ਲੋਕਾਂ ਦੁਆਰਾ। ਤੇ ਉਹਦੇ ਲਈ ਜਿਵੇਂ ਮੰਨ ਲਓ ਹਵੇਲੀ ਦਾ ਹੀ ਸੀਗਾ, ਤੇ ਉਹਦੇ ਲਈ ਕੋਈ ਕਾਨੂੰਨੀ ਕਾਰਵਾਈ ਜਾਂ ਕੁਝ ਹੋ ਰਿਹਾ ਕੋਈ? ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਪਾਰਟੀਸ਼ਨ ਤੋਂ ਟਾਈਮ ਤੋਂ ਮਤਲਬ ਕਬਜ਼ਾ ਹੈਗਾ। ਹਾਂਜੀ ਉਸ ਟਾਈਮ ਦਾ ਕਬਜ਼ਾ, ਇਸ ਕਰਕੇ ਸਟੇ ਲੱਗੀ ਹੋਈ ਹੈ। ਵੈਸੇ ਇੱਥੇ ਹਾਲੇ ਕੋਰਟ ਕੇਸ ਚੱਲ ਰਿਹਾ ਜੀ, ਬਾਕੀ ਕੋਰਟ ਡਿਸਾਈਡ ਕਰੂਗਾ ਜੀ। ਤਾਂ ਭਾਈ ਸਾਹਿਬ ਇੱਧਰ ਦੇਖ ਲਈਏ ਤਾਂ ਇੱਧਰ ਵੀ ਬਾਹਰ ਜਾਣ ਦਾ ਰਸਤਾ ਗਾ, ਤੇ ਇੱਧਰ ਮੈਂ ਕਹੂੰਗਾ ਅੱਛਾ ਇਹ ਰਸੋਈ ਦਾ ਸਟੋਰ ਰੂਮ ਹੈ ਜੀ। ਠੀਕ ਹੈ ਜੀ, ਜਿਵੇਂ ਆਪਾਂ ਸਟੋਰ ਰੂਮ ਬਣਾ ਲੈਂਦੇ ਹਾਂ। ਇਹ ਜਿਵੇਂ ਤੁਸੀਂ ਦੇਖ ਰਹੇ ਹੋ, ਇਹ ਰਸੋਈ ਦੇ ਇੱਕ ਛੋਟਾ ਜਿਹਾ ਕਮਰਾ ਸਾਨੂੰ ਮਿਲਿਆ ਸੀਗਾ। ਅਸੀਂ ਜਦੋਂ ਮਲਬਾ ਕੱਢਿਆ ਇਹਦੇ ਵਿੱਚੋਂ, ਤੇ ਅਸੀਂ ਇਹੀ ਮਤਲਬ ਜਸਟੀਫਾਈ ਕੀਤਾ ਵੀ ਇਹ ਸਟੋਰ ਰੂਮ ਹੈ, ਕਿਉਂਕਿ ਛੋਟਾ ਜਿਹਾ ਕਮਰਾ, ਉੱਪਰ ਰੋਸ਼ਨੀ ਦੇਣ ਵਾਸਤੇ ਵੀ ਇਹਦੇ 'ਚ ਇੱਕ ਚਿਮਨੀ ਦੀ ਤਰ੍ਹਾਂ ਹੋਲ ਛੱਡਿਆ ਹੋਇਆ ਤਾਂ ਜੋ ਹਨੇਰਾ ਨਾ ਹੋਵੇ। ਇਹ ਮਤਲਬ ਸਟੋਰ ਹੀ ਮੰਨਿਆ ਗਿਆ ਕਿ ਰਸੋਈ ਦਾ ਇਹਦੇ ਸਮਾਨ ਕੋਈ ਜਿਵੇਂ ਸਬਜ਼ੀਆਂ ਹੁੰਦੀਆਂ ਜਾਂ ਕੁਝ ਹੁੰਦਾ ਉਹ ਰੱਖਿਆ ਜਾਂਦਾ ਸੀ, ਕਿਉਂਕਿ ਰਸੋਈ ਦੇ ਨਾਲ ਹੀ ਜਿਵੇਂ ਮੰਨ ਲਓ ਜਿੱਦਾਂ ਲਿੰਕ ਕਿਚਨ ਪਾਰਟ ਦਾ ਹਿੱਸਾ ਹੈ ਜੀ, ਇੱਕ ਨਾਲ ਹੀ ਲੱਗਦਾ। ਇਹਦੇ ਸਾਹਮਣੇ ਬਿਲਕੁਲ ਇੱਕ ਹੋਰ ਹੋਦੀ ਹੈ ਪਾਣੀ ਦੀ, ਜਿਹੜੀ ਉਸੇ ਹੋਦੀ ਨਾਲ ਕਨੈਕਟਡ ਸੀਗੀ।
ਅੱਛਾ ਉਹ ਸਾਹਮਣੇ ਆ। ਤੇ ਭਾਈ ਸਾਹਿਬ ਇੱਕ ਹੋਰ ਮੈਂ ਚੀਜ਼, ਇਹ ਸਾਰੀ ਹਵੇਲੀ ਦੇ ਵਿੱਚ ਜਿਵੇਂ ਮੰਨ ਲਓ ਇਹ ਪੁਰਾਣੀਆਂ ਚੀਜ਼ਾਂ ਇਹ ਆਲੇ ਰੱਖੇ ਗਏ ਨੇ, ਜਿਵੇਂ ਮੰਨ ਲਓ ਉਹਦੇ ਵਿੱਚ ਕੋਈ ਦੀਵਾ ਜਗਾ ਕੇ ਰੱਖਣ ਨੂੰ, ਜਾਂ ਉਹਦੇ ਵਾਸਤੇ ਸੀਗੇ ਜਾਂ ਹੋਰ ਕੰਮ ਵਾਸਤੇ ਵੀ ਵਰਤੇ ਜਾਂਦੇ ਸੀਗੇ? ਨਹੀਂ, ਇਹ ਆਲਿਆਂ ਦੇ ਵਿੱਚ ਪਹਿਲਾਂ ਲੋਕ ਸਮਾਨ ਰੱਖਿਆ ਕਰਦੇ ਸੀ, ਗੁਲਦਸਤੇ ਵੀ ਰੱਖ ਦਿੰਦੇ ਸੀ ਉੱਦਾਂ ਸਮਾਨ ਰੱਖਣ ਨੂੰ, ਜਾਂ ਫਿਰ ਇਹ ਮਜ਼ਬੂਤੀ ਵੀ ਦਿੰਦੀ ਹੈ ਕੰਧਾਂ ਨੂੰ। ਇਹਦੇ 'ਚ ਡਾਟ ਲੱਗਦੀ ਹੁੰਦੀ ਸੀਗੀ ਜੀ ਉੱਪਰ, ਜਿਵੇਂ ਤੁਸੀਂ ਆਹ ਦੇਖ ਰਹੇ ਹੋ ਡਾਟ, ਇਹ ਬੀਮ ਦਾ ਕੰਮ ਕਰਦਾ ਹੁੰਦਾ, ਜਿਵੇਂ ਅੱਜ ਕੱਲ੍ਹ ਅਸੀਂ ਡਾਊਨ ਬੀਮ ਪਾਉਂਦੇ ਹਾਂ। ਉਦੋਂ ਇਹ ਡਾਟਾਂ ਦੀ ਜਿੰਨੀ ਮਜ਼ਬੂਤੀ ਹੁੰਦੀ ਸੀ ਨਾ, ਉਹ ਅੱਜ ਵੀ 400 ਸਾਲ ਤੱਕ ਖੜੀਆਂ। ਲੈਂਟਰ ਸਰੀਆ ਸਭ ਟੁੱਟ ਜਾਂਦਾ 50 60 100 ਸਾਲ ਦੇ ਵਿੱਚ, ਪਰ ਇਹ ਜਿਹੜੀ ਬਿਲਡਿੰਗ ਹੈ ਡਾਟਾਂ ਦੇ ਜ਼ਰੀਏ ਖੜੀ ਹੈ ਜੀ। ਅੱਛਾ, ਜਿਵੇਂ ਮੰਨ ਲਓ ਆਪਾਂ ਉਹ ਦੇਖਦੇ ਆ ਪੁਰਾਣੇ ਪੁਲ ਨੇ, ਜਿਵੇਂ ਮੰਨ ਲਓ ਤੁਸੀਂ ਨਾ ਉਹਦੇ ਵਾਲੇ ਡਾਟਾਂ ਵਾਲੇ ਤਾਂ ਉਹ ਹੁਣ ਤੱਕ ਖੜੇ ਨੇ, ਜਿਵੇਂ ਮੰਨ ਲਓ ਅੱਜ ਕੱਲ੍ਹ ਵਾਲੇ ਚੱਲਦੇ ਨੇ ਉਹ ਟੁੱਟ ਜਾਂਦੇ ਨੇ ਕਿ ਅੱਛਾ ਉਹ ਚੀਜ਼ ਹੈ। ਤੇ ਇਸ ਦੇ ਨਾਲ ਹੀ ਆਹ ਤੁਸੀਂ ਕਹਿ ਰਹੇ ਸੀਗੇ ਇਹ ਪਾਣੀ ਵਾਲਾ ਟੈਂਕ ਆ ਜੀ, ਤੇ ਅੱਛਾ ਇਹ ਵੀ ਉਹਦੇ ਨਾਲ ਲਿੰਕਡ ਸੀਗਾ ਜਿਹੜਾ ਦੂਸਰਾ? ਦੂਜੀ ਹੋਦੀ ਹੈ ਜੀ, ਇਹ ਵੀ ਅਸੀਂ ਖੁਦਾਈ ਕਰਕੇ ਕੱਢੀ ਹੈ। ਪਹਿਲਾਂ ਸਾਨੂੰ ਦੱਸਿਆ ਗਿਆ ਸੀ ਬਈ ਸ਼ਾਇਦ ਇਹਦੇ ਥੱਲੇ ਬੇਸਮੈਂਟ ਹੈ, ਕੋਈ ਨੀਚੇ ਪੌੜੀਆਂ ਜਾ ਰਹੀਆਂ, ਪਰ ਜਦੋਂ ਅਸੀਂ ਖੋਦ ਕੇ ਦੇਖਿਆ ਤੇ ਫਿਰ ਇਹ ਦੂਜੀ ਹੋਦੀ ਨਾਲ ਹੀ ਕਨੈਕਟਡ ਹੈ। ਉਹਦੇ 'ਚ ਓਵਰਫਲੋ ਦੀ ਇੱਕ ਪਾਈਪ ਵੀ ਲੱਗੀ ਹੋਈ ਹੈ, ਜਦੋਂ ਉਹ ਹੋਦੀ ਭਰ ਜਾਂਦੀ ਸੀ ਆਟੋਮੈਟਿਕ, ਤੇ ਇਹਦੇ 'ਚ ਪਾਣੀ ਆ ਕੇ ਆਟੋਮੈਟਿਕ ਓਵਰਫਲੋ ਦਾ ਭਰ ਜਾਂਦਾ ਸੀ। ਤਾਂ ਮੈਂ ਕ੍ਰਿਸ਼ਨਾ ਕਹੂੰਗਾ ਇੱਕ ਵਾਰ ਉਧਰ ਦਿਖਾ ਦਿਓ, ਤੇ ਇਹਦੇ ਨਾਲ ਉਹ ਪੁਰਾਣੀ ਜਿਹੜੀ ਦੂਸਰੀ ਹੌਦੀ ਦੇਖ ਕੇ ਆਏ ਆ, ਉਹਦੇ ਨਾਲ ਜਿਹੜਾ ਆਹ ਰਸਤਾ ਗਾ ਇੱਥੋਂ ਇਹਦੇ ਵਿੱਚੋਂ ਪਾਈਪ ਜਾਂਦਾ ਸੀਗਾ ਓਵਰਫਲੋ ਦਾ, ਤੇ ਇੱਥੇ ਆ ਕੇ ਪਾਣੀ ਫੇਰ ਚਲੇ ਜਾਂਦਾ ਸੀ। ਠੀਕ ਆ ਜੀ। ਤੇ ਇਧਰੋਂ ਬਾਈ ਸਾਹਿਬ ਜਿਵੇਂ ਮੰਨ ਲਓ ਇਹ ਉੱਪਰਲੇ ਵਾਲਾ ਪੋਰਸ਼ਨ ਹੈਗਾ, ਹਾਂਜੀ ਇਹ ਬਚ ਗਿਆ, ਬਾਕੀ ਸਾਰਾ ਟੁੱਟ ਗਿਆ, ਤੇ ਤੁਸੀਂ ਕਹਿੰਦੇ ਵੀ ਤੋੜਤਾ ਕਈ ਲੋਕਾਂ ਨੇ, ਹਨਾ? ਹਾਂਜੀ ਹਾਂਜੀ। ਇਹ ਹੁਣ ਕੰਮ ਚੱਲ ਰਿਹਾ ਜੀ, ਦੇਖੋ ਜੀ ਪੁਆਇੰਟਿੰਗ ਕਰ ਰਹੇ ਹਾਂ ਅਸੀਂ, ਜਿੰਨਾ ਹਿੱਸਾ ਛੱਤ ਦਾ ਵੀ ਢਹਿ ਗਿਆ, ਬਾਕੀ ਇਹਨੂੰ ਅਸੀਂ ਰਿਪੇਅਰ ਕਰਾਂਗੇ ਜਿਵੇਂ ਕੋਰਟ ਸਾਨੂੰ ਕਹੂਗਾ। ਤੇ ਹਲੇ ਪਲਸਤਰ ਕਰਨ ਦਾ ਤਾਂ ਇਹਨੂੰ ਆਰਡਰ ਹੈ ਨਹੀਂ ਸਾਡੇ ਕੋਲ, ਪਰ ਇਹਨੂੰ ਪੁਆਇੰਟਿੰਗ ਕਰਨ ਦਾ ਆਰਡਰ ਸਾਨੂੰ ਮਿਲਿਆ, ਤੇ ਉਹ ਅਸੀਂ ਕਰ ਰਹੇ ਹਾਂ ਜੀ। ਅੱਛਾ, ਹਾਂਜੀ ਠੀਕ ਹੈ ਜੀ। ਤੇ ਭਾਈ ਸਾਹਿਬ ਆਜੋ ਆਪਾਂ ਬਾਹਰ ਵੀ ਦੇਖਦੇ ਆਂਗੇ, ਜਿਹੜਾ ਮੂਹਰੇ ਵਾਲਾ ਪੋਰਸ਼ਨ ਹੈਗਾ, ਸਾਨੂੰ ਉਹਦੇ ਬਾਰੇ ਵੀ ਤੁਸੀਂ ਇੱਕ ਵਾਰ ਜ਼ਰੂਰ ਖੁੱਲ੍ਹ ਕੇ ਦੱਸੋ। ਇੱਥੋਂ ਇਹ ਆਪਾਂ ਇਸ ਸਮੇਂ ਬੈਕ ਤੇ ਚੱਲ ਰਹੇ ਹਾਂ ਜੀ। ਇਹ ਹਵੇਲੀ ਦਾ ਮਤਲਬ ਪਿਛਲਾ ਹਿੱਸਾ ਜਿਹੜਾ ਤੁਸੀਂ ਦੇਖ ਰਹੇ ਹੋ, ਤੇ ਫਰੰਟ ਸਵਿਮਿੰਗ ਪੂਲ ਦੇ ਸਾਹਮਣੇ ਸੀਗਾ। ਇੱਥੋਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆਹ ਚੀਜ਼ਾਂ ਨੇ, ਇਹ ਵਿੰਡੋ ਹੈ ਜੀ, ਇਹ ਬੇਸਮੈਂਟ ਦੀਆਂ ਮਤਲਬ ਰੋਸ਼ਨਦਾਨ ਤਾਕੀਆਂ, ਛੋਟੀਆਂ ਤਾਕੀਆਂ, ਜਿਹਦੇ ਵਿੱਚ ਉਹ ਹਵਾ ਧੁੱਪ ਬੇਸਮੈਂਟ ਦੇ ਅੰਦਰ ਜਾਇਆ ਕਰਦੀ ਸੀਗੀ, ਤੇ ਅੰਦਰ ਮਤਲਬ ਹਿਊਮਿਡਿਟੀ ਹੁਮਸ ਦਾ ਮਤਲਬ ਮਾਹੌਲ ਨਹੀਂ ਬਣਦਾ ਸੀ। ਇਸ ਕਰਕੇ ਇਹਨਾਂ ਨੇ ਚਾਰ ਚੁਫੇਰੇ ਇਹਨਾਂ ਜੀ ਡਾਟਾਂ ਦੇ ਵਿੱਚ ਵਿੰਡੋ ਵੀ ਰੱਖੀਆਂ, ਪਲੱਸ ਤੁਸੀਂ ਹੁਣ ਆਹ ਹਿੱਸਾ ਜਿਹੜਾ ਦੇਖ ਰਹੇ ਹੋ ਜੀ, ਇੱਥੇ ਦੱਬਿਆ ਹੋਇਆ ਸਾਰਾ। ਠੀਕ ਹੈ ਜੀ। ਆਹ ਕੱਚਾ ਥਾ, ਉੱਪਰੋਂ ਕਮਰੇ ਛੱਤਾਂ ਸਾਰੀਆਂ ਉੱਪਰੋਂ ਢਹਿ ਗਈਆਂ, ਇਹ ਉੱਪਰੋਂ ਸਾਰੀਆਂ ਛੱਤਾਂ ਢਹਿ ਕੇ ਮਤਲਬ ਨੀਚੇ ਬੇਸਮੈਂਟ ਦੇ ਵਿੱਚ ਭਰੀਆਂ ਹੋਈਆਂ। ਇਹਨੂੰ ਅਸੀਂ ਖੁਦਾਈ ਦੇ ਵਿੱਚ ਹੁਣ ਜਦੋਂ ਪਰਮਿਸ਼ਨ ਮਿਲ ਜੂਗੀ, ਅਸੀਂ ਸਾਰੇ ਕੱਢ ਕੇ ਇਹਨਾਂ ਨੂੰ ਬਾਹਰ, ਤੇ ਬੇਸਮੈਂਟ ਸਾਰੀ ਓਪਨ ਕਰਾਂਗੇ ਜੀ। ਤੇ ਇਸ ਦੇ ਨਾਲ ਜਿਹੜਾ ਆਹ ਹਿੱਸਾ ਗਾ ਇਹ ਸਾਰਾ ਢਹਿ ਚੁੱਕਿਆ, ਤੇ ਜਿਹੜੀਆਂ ਇਹ ਤੁਸੀਂ ਕੱਢੀਆਂ ਨੇ ਗੀਆਂ ਥੱਲੋਂ ਨਿਊਆਂ ਕੱਢੀਆਂ ਨੇ, ਇਸ ਦੇ ਉੱਪਰ ਕੁਝ ਜਿਵੇਂ ਮੰਨ ਲਓ ਪਹਿਲਾਂ ਦਾ ਤੁਸੀਂ ਮਾਡਲ ਤਿਆਰ ਕੀਤਾ ਗਾ, ਉੱਦਾਂ ਬਣਾਉਣਾ ਗਾ ਇਹ? ਨਹੀਂ ਜੀ, ਇਹ ਬਣਾਉਣ ਦੀ ਫਿਲਹਾਲ ਸਾਡੇ ਕੋਲ ਪਰਮਿਸ਼ਨ ਨਹੀਂ ਹੈ ਜੀ। ਅਸੀਂ ਇਹਨੂੰ ਸਾਫ਼ ਸਫਾਈ ਕਰਨੀ ਹੈ, ਸਾਨੂੰ ਇਹੀ ਕਿਹਾ ਗਿਆ ਕੋਰਟ ਵੱਲੋਂ ਕਿ ਇਹਦੀ ਐਲਗੀ ਉਤਾਰੀ ਜਾਵੇ, ਤੇ ਜਿੰਨਾ ਵੀ ਇਹਦੇ 'ਚ ਮਲਬਾ ਕੱਚਾ ਏਰੀਆ ਉਹ ਸਾਰਾ ਚੱਕ ਕੇ ਬਾਹਰ ਕੱਢਿਆ ਜਾਵੇ, ਤੇ ਜਿੱਥੇ ਲੋੜ ਹੈ ਉੱਥੇ ਕੱਚੀ ਥਾਂ 'ਤੇ ਪੱਕਾ ਫਰਸ਼ ਪਾ ਕੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਮਤਲਬ ਕੀਤੀ ਜਾਵੇ। ਤਾਂ ਤੇ ਜਿਹੜੇ ਖੂਹ ਦੇ ਵਿੱਚ ਅਸੀਂ ਪਾਣੀ ਸੁੱਟਣਾ ਇਸਦਾ, ਉਹਦੇ ਵਿੱਚ ਮਿੱਟੀ ਰੁੜ ਕੇ ਨਾ ਆਵੇ, ਇਸ ਕਰਕੇ ਕੱਚੇ ਥਾਂ ਨੂੰ ਮਤਲਬ ਪੱਕਾ ਕਰਨ ਦਾ ਆਰਡਰ ਕਰਿਆ ਗਿਆ ਜੀ। ਤਾਂ ਇੱਕ ਵਾਰ ਅੰਦਰ ਜਾ ਕੇ ਵੀ ਭਾਈ ਸਾਹਿਬ ਆਜੋ, ਅੰਦਰ ਜਾ ਕੇ ਵੀ ਆਪਾਂ ਦਿਖਾ ਦਈਏ। ਉਹ ਤਹਿਖਾਨੇ ਦੀਆਂ ਨੀਹਾਂ ਨੇ ਜਿਹੜੀਆਂ ਆ ਦੇਖ ਸਕਦੇ ਹੋ, ਇਹ ਨੀਹਾਂ ਜਿਹੜੀਆਂ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਆ, ਪਰ ਇਸ ਦੇ ਉੱਪਰ ਜਿਹੜੀ ਉਸਾਰੀ ਆ ਇਹਦਾ ਕੋਈ ਹਜੇ ਪਰਮਿਸ਼ਨ ਨਹੀਂ ਮਿਲੇਗੀ। ਜਿਵੇਂ ਉਹ ਤਹਿਖਾਨਾ ਗਾ, ਹਾਂਜੀ ਅੱਛਾ ਉਹ ਅੱਗੇ ਵਾਲੀਆਂ ਚੀਜ਼ਾਂ ਰਹਿ ਗਈਆਂ। ਇੱਥੇ ਕੀ ਇੱਕ ਕਮਰੇ ਸੀਗੇ ਇੱਥੇ? ਇਹ ਸਾਰੇ ਕਮਰੇ ਆ ਜੀ, ਤੁਸੀਂ ਜਿਵੇਂ ਦੇਖ ਰਹੇ ਹੋ। ਜਿਸ ਤਰ੍ਹਾਂ ਵੀ ਇਹ ਇੱਕ ਕਮਰਾ ਹੈ ਜੀ, ਇਸ ਟਾਈਮ ਤਕਰੀਬਨ 4 ਕਮਰੇ ਤੇ 2 ਅੱਧੇ ਕਮਰੇ ਇਸ ਟਾਈਮ ਮਤਲਬ ਇਹ ਨੰਗੇ ਅਸੀਂ ਕੀਤੇ, ਇਹਦੇ 'ਚ ਮਿੱਟੀ ਕੱਢ ਕੇ। ਬਾਕੀ ਦੇ ਕਮਰੇ ਹਲੇ 8 ਦੇ ਕਰੀਬ ਦੱਬੇ ਹੋਏ ਨੇ ਮਿੱਟੀ ਦੇ, 'ਚ ਅਸੀਂ ਕੱਢਾਂਗੇ ਜੀ। ਅੱਛਾ ਇਹ ਸਕੁਅਰ ਕਮਰੇ ਨੇਗੇ, ਜਿਵੇਂ ਮੰਨ ਲਓ ਉਹ ਉੱਥੋਂ ਤਕਰੀਬਨ 10 ਬਾਈ 12 ਫੁੱਟ ਦੇ ਕਮਰੇ ਆ ਜੀ, ਇੰਟਰਕਨੈਕਟਡ। ਇਹਨਾਂ 'ਚ ਕੋਈ ਦਰਵਾਜ਼ਾ ਨਹੀਂ ਲੱਗਿਆ ਹੋਇਆ ਸੀ, ਤੇ ਇਹ ਆਪਸ ਦੇ ਵਿੱਚ ਮਤਲਬ ਜੁੜੇ ਹੋਏ ਕਮਰੇ ਸੀ। ਇਹਨਾਂ ਸਾਰੀ ਬੇਸਮੈਂਟ ਨੂੰ ਇੱਕੋ ਹੀ ਲਾਂਘਾ ਸੀ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਇੱਕੋ ਹੀ ਦਰਵਾਜ਼ਾ ਇਹਨੂੰ ਦਿੱਤਾ ਗਿਆ, ਜਿਸ ਤੋਂ ਅਸੀਂ ਅੰਦਾਜ਼ਾ ਲਾਇਆ ਵੀ ਇਹ ਕੋਈ ਮਤਲਬ ਜਿਹੜਾ ਵਪਾਰ ਉਹ ਕਰਿਆ ਕਰਦੇ ਸੀ ਦੀਵਾਨ ਟੋਡਰਮਲ ਜੀ, ਉਹਦੀ ਇਹ ਇੱਥੇ ਸਟੋਰੇਜ ਕਰਦੇ ਹੁੰਦੇ ਸੀ ਕਿਸੇ ਚੀਜ਼ ਦਾ, ਤਾਂ ਕਰਕੇ ਇਹਨੂੰ ਇੱਕੋ ਦਰਵਾਜ਼ਾ ਲਾਇਆ ਗਿਆ। ਜਿਵੇਂ ਆਪਾਂ ਇਹ ਵੀ ਦੇਖ ਲਈਏ, ਇਹ ਤਾਂ ਬਹੁਤ ਜ਼ਿਆਦਾ ਮਜ਼ਬੂਤ ਆ। ਮੈਂ ਕਹਿੰਦਾ ਇਹ ਕਿੰਨੇ ਇੰਚੀ ਹੋਊਗੀ? ਇਹ ਤਾਂ ਆਪਾਂ 10 ਇੰਚੀ ਕਰ ਦਿਆਂਗੇ ਹੁਣ। ਇਹ 4 ਫੁੱਟ ਚੌੜੀਆਂ ਕੰਧਾਂ ਜੀ। 4 ਫੁੱਟ ਚੌੜੀ? ਹਾਂਜੀ, ਤਕਰੀਬਨ 48 ਇੰਚ। 48 ਇੰਚੀ? ਹਾਂਜੀ, 48 ਇੰਚ ਦੀਆਂ ਕੰਧਾਂ ਨੇ। ਜਿਵੇਂ ਜਿਵੇਂ ਉੱਪਰ ਜਾਈ ਜਾਂਦੇ ਆ, ਤੇ ਤਕਰੀਬਨ ਜਿਸ ਤਰ੍ਹਾਂ ਥੱਲੋਂ ਜੀ 48 ਇੰਚ ਹੈ ਜੀ, ਉੱਪਰੋਂ 36 ਇੰਚ ਹੈ ਦੂਸਰੀ ਮੰਜ਼ਿਲ 'ਤੇ, ਫਿਰ ਉਸ ਤੋਂ ਬਾਅਦ 31 ਇੰਚ, ਫਿਰ 21 ਇੰਚ, ਇਸ ਤਰ੍ਹਾਂ ਘਟਦੀ ਜਾਂਦੀ ਹੈ ਕੰਧਾਂ।
ਹਾਂਜੀ ਥੱਲੋਂ ਜਮਾ ਮਜ਼ਬੂਤ ਰੱਖਿਆਗਾ ਕੰਮ। ਬੇਸ ਦਾ ਜਿਹੜਾ ਬੇਸ ਹੈ ਬਹੁਤ ਜ਼ਿਆਦਾ ਮਜ਼ਬੂਤ ਹੈ ਜੀ। ਭਾਈ ਸਾਹਿਬ ਆਜੋ ਅੱਗੇ ਵੀ ਜਿਵੇਂ ਮੰਨ ਲਓ ਜੇ ਫਰਸ਼ ਨਿਕਲਿਆਗਾ, ਠੀਕ ਆ, ਚੂਨੇ ਤੇ ਇੱਟਾਂ ਦਾ ਬਣਿਆ ਪੁਰਾਤਨ ਫਰਸ਼, ਠੀਕ ਹੈ ਜੀ। ਅੱਛਾ, ਇਹ ਤਹਿਖਾਨੇ ਨੂੰ ਜਿਹੜੀਆਂ ਉਹ ਪੌੜੀਆਂ ਜਾਂਦੀਆਂ ਸੀਗੀਆਂ। ਹਾਂਜੀ, ਆਹ ਜਿਹੜਾ ਤੁਸੀਂ ਦੇਖ ਰਹੇ ਹੋ ਰਸਤਾ, ਇਹ ਵਾਲਾ ਫਰਸ਼ ਅਸੀਂ ਜੀ ਖੁਦਾਈ ਦੇ ਵਿੱਚੋਂ ਕੱਢਿਆ ਸਾਰਾ। ਇਹਨੂੰ ਲਾਈਮ ਕੰਕਰੀਟ ਕਹਿੰਦੇ ਆ ਜੀ। ਇਹ ਚੂਨੇ ਦੇ ਵਿੱਚ ਕੇਰੀ ਮਿਲਾ ਕੇ ਨਾ ਜੀ, ਤੇ ਇਹ ਮੋਟਾ ਮਤਲਬ 1.5 ਇੰਚ ਮੋਟਾ ਮਸਾਲਾ ਪਾ ਕੇ, ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਕੰਕਰੀਟ ਵਿਛਾਉਂਦੇ ਹਾਂ ਸੀਮੈਂਟ ਦੇ ਕੰਕਰੀਟ, ਇਦਾਂ ਹੀ ਮਤਲਬ ਇਹ ਵਾਲਾ ਜਿਹੜਾ ਤੁਸੀਂ ਹੱਥ ਲਾ ਕੇ ਦੇਖ ਸਕਦੇ ਹੋ, ਇਹ ਥੱਲੇ ਵਾਲਾ। ਹਾਂਜੀ, ਇਹ ਲਾਈਮ ਕੰਕਰੀਟ ਕਹਿੰਦੇ ਆ ਜੀ ਇਸ ਨੂੰ। ਇਹ ਬਹੁਤ ਮਜ਼ਬੂਤ ਹੈ, ਅੱਜ ਵੀ ਮਤਲਬ ਇਹ ਬਹੁਤ ਔਖਾ ਟੁੱਟਦਾ। ਅੱਛਾ, ਕੀ ਕੀ ਪੈਂਦਾ ਜੀ ਇਹਦੇ ਵਿੱਚ, ਕੀ ਮਟੀਰੀਅਲ ਹੁੰਦਾ? ਇਹਦੇ 'ਚ ਜੀ ਰੋੜੇ ਪੈਂਦੇ ਆ, ਕੇਰੀ ਜਿਹਨੂੰ ਆਪਾਂ ਕਹਿੰਦੇ ਨੇ, ਮੋਟੀ 1.5 ਇੰਚ ਤੋਂ ਲੈ ਕੇ ਅੱਧਾ ਇੰਚ ਤੇ ਇਸ ਤੋਂ ਵੀ ਛੋਟੀ। ਬਰੀਕ ਪੱਥਰ ਜਿਹੜੇ ਹੁੰਦੇ ਨੇ ਇੱਟਾਂ ਦੇ ਜਾਂ ਫਿਰ ਨਦੀ ਵਾਲੇ ਪੱਥਰ ਰੇਤੇ ਦੇ ਵਿੱਚੋਂ ਛਾਣ ਕੇ ਕੱਢੇ ਜਾਂਦੇ ਆ, ਉਹਨਾਂ ਨੂੰ ਚੂਨੇ ਦੇ ਵਿੱਚ ਮਿਕਸ ਕਰਕੇ ਤੇ ਹੋਰ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸੀਆਂ ਸੀ ਚੀਜ਼ਾਂ ਉਹ ਪਾ ਕੇ ਇਹਨੂੰ ਮਜ਼ਬੂਤ ਬਣਾਉਣ ਲਈ ਨਾ ਜੀ ਇਹ ਮਤਲਬ ਵਿਛਾਇਆ ਜਾਂਦਾ ਹੁੰਦਾ ਸੀ। ਇਹ ਸਲਾਬ ਵੀ ਮਤਲਬ ਅੰਦਰ ਨਹੀਂ ਜਾਣ ਦਿੰਦਾ। ਇੱਟਾਂ ਦਾ ਫਰਸ਼ ਵੀ ਤੁਸੀਂ ਦੇਖ ਸਕਦੇ ਹੋ, ਮੇਰੇ ਪੈਰਾਂ ਦੇ ਥੱਲੇ ਵੀ ਹੈ ਇੱਟਾਂ ਦਾ ਫਰਸ਼ ਇਹ ਬਣਿਆ ਹੋਇਆ ਜੀ। ਇਹ ਸਾਰੀਆਂ ਇਹ ਪੁਰਾਣੀਆਂ ਇੱਟਾਂ ਦੇਖੋ ਤੁਸੀਂ ਕਿੰਨੀ ਚੌੜੀ ਇੱਟ ਹੈ। ਇਹ 5 ਇੰਚ ਬਾਏ 10 ਇੰਚ ਦੀ ਇੱਟ ਹੈ ਜੀ। ਹਾਂਜੀ, ਅੱਛਾ, ਇਹ ਹਾਂ ਇਹ ਇੱਟ ਚੌੜੀ ਆ। ਇਹਦੀ ਜਿਹੜੀ ਚੌੜਾਈ ਹੈ ਇੱਥੋਂ ਲੈ ਕੇ 5 ਇੰਚ ਹੈ ਜੀ, ਲੰਬਾਈ ਇਹਦੀ 10 ਇੰਚ ਸੀ। ਠੀਕ ਹੈ ਜੀ। ਅੱਛਾ, ਇਹ ਅਲੱਗ-ਅਲੱਗ, ਹਾਂਜੀ, ਅਲੱਗ-ਅਲੱਗ ਮੇਲ ਦੀਆਂ ਇੱਟਾਂ ਇਹਦੇ 'ਚ ਲਾਈਆਂ ਗਈਆਂ ਜੀ। ਜਿਵੇਂ ਇੱਟਾਂ ਮੰਨ ਲਈ ਆਪਾਂ ਆ ਦੇਖੋ ਅੱਜ ਕੱਲ੍ਹ ਵਾਲੀਆਂ ਇੱਟਾਂ ਗੀਆਂ, ਇਹਨਾਂ ਨਾਲ ਤਾਂ ਬਹੁਤ ਫਰਕ ਹੈ ਇਹਦਾ। ਹਾਂ, ਇਹਨਾਂ ਨਾਲ ਤਾਂ ਇਹ ਬਹੁਤ ਮਤਲਬ ਲੰਬੀਆਂ ਵੀ ਹੈ ਤੇ ਚੌੜੀਆਂ ਵੀ ਹੈ। ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਇੱਧਰ ਚੁਬਾਰੇ ਜਾਣ ਲਈ ਪੌੜੀਆਂ। ਅੱਛਾ, ਇੱਧਰ ਚੁਬਾਰਾ ਸੀਗਾ ਜੀ। ਹਾਂਜੀ, ਇਹ ਮੇਨ ਉੱਪਰ ਦੂਸਰੀ ਮੰਜ਼ਿਲ ਤੇ ਜਾਣ ਵਾਸਤੇ ਜੀ ਉਦੋਂ ਪੌੜੀਆਂ ਸੀਗੀਆਂ। ਸਮਝ ਨਹੀਂ ਆ ਰਿਹਾ ਸੀ ਵੀ ਕੀ ਚੀਜ਼ ਆ। ਫਿਰ ਮੈਂ ਇਹਦੀ ਜਦੋਂ ਇਨਵੈਸਟੀਗੇਸ਼ਨ ਕੀਤੀ, ਇੰਚ ਬਾਈ ਇੰਚ ਇਹਨੂੰ ਨੱਪਿਆ, ਫਿਰ ਮੈਨੂੰ ਸਮਝ ਆਇਆ ਕਿ ਡਾਟਾਂ ਪਈਆਂ ਤੇ ਇਹਦੇ 'ਚ ਅੱਡੇ ਲੱਗੇ ਸੀ। 4-5 ਅੱਡੇ ਘੁੰਮ ਕੇ ਉੱਪਰ ਜਾ ਕੇ ਚੁਬਾਰੇ ਤੇ ਪੌੜੀ ਚੜ੍ਹਦੀ ਹੁੰਦੀ ਸੀ। ਛੋਟੀ ਜੀ ਥਾਂ ਤੇ ਮਤਲਬ ਉਸ ਸਮੇਂ ਵੀ ਮਿਸਤਰੀ ਬਹੁਤ ਸੋਹਣੇ ਤਰੀਕੇ ਨਾਲ ਪੌੜੀ ਚੜ੍ਹਾ ਦਿੰਦੇ ਸੀਗੇ। ਜਿਵੇਂ ਅੱਜ ਕੱਲ੍ਹ ਅਸੀਂ ਬਹੁਤ ਲੰਬੀ ਪੌੜੀ ਚੜ੍ਹਾਉਂਦੇ ਹਾਂ ਲੋਬੀ ਦੇ ਵਿੱਚ, ਪਰ ਇਹ ਬੜੇ ਥੋੜ੍ਹੇ ਥਾਂ ਦੇ ਵਿੱਚ ਉਹਨਾਂ ਨੇ ਪੌੜੀ ਉਸ ਟਾਈਮ ਗੋਲ ਘੁਮਾ ਕੇ ਕੱਢੀ ਹੋਈ ਹੈ। ਪੌੜੀ ਵੀ ਜਿਵੇਂ ਮਤਲਬ ਉਹ ਡਾਟ ਦੇ ਉੱਪਰ ਗਈ ਹੈ ਨਾ ਬਣਾਈ ਹੋਈ। ਡਾਟਾਂ ਦੇ ਉੱਪਰ ਮਤਲਬ ਜਿਸ ਤਰ੍ਹਾਂ ਲੈਂਟਰ ਦੀ ਪੌੜੀ ਅੱਜ ਕੱਲ੍ਹ ਬਣਦੀ ਸਰੀਆ ਪਾ ਕੇ, ਉਹਨਾਂ ਸਮੇਂ ਸਰੀਆ ਹੁੰਦਾ ਨਹੀਂ ਸੀਗਾ ਤੇ ਡਾਟਾਂ ਦੀ ਵਰਤੋਂ ਕਰੀ ਜਾਂਦੀ ਸੀ ਜ਼ਿਆਦਾ, ਤੇ ਆਹ ਡਾਟ ਵਰਤ ਕੇ ਹੀ ਮਤਲਬ ਉਹਦੇ ਉੱਪਰ ਸਟੈਪ ਬਣਾਏ ਗਏ ਸੀ। ਇਹ ਸਟੈਪ ਥੋੜ੍ਹੇ ਉੱਚੇ ਹੁੰਦੇ ਸੀ ਅੱਜ ਦੇ ਨਾਲੋਂ, ਤਕਰੀਬਨ 1 ਫੁੱਟ ਉੱਚਾ ਸਟੈਪ ਹੁੰਦਾ ਸੀਗਾ ਜੀ, ਕਿਉਂਕਿ ਉਦੋਂ ਸਮੇਂ 'ਚ ਲੋਕਾਂ ਦੀ ਜਾਨ ਬਥੇਰੀ ਸੀ, ਸਰੀਰਾਂ 'ਚ ਚੜ੍ਹ ਜਾਂਦੇ ਸੀ। ਅੱਜ ਕੱਲ੍ਹ ਤਾਂ 6 ਇੰਚ ਦਾ ਸਟੈਪ ਚੜ੍ਹਨਾ ਔਖਾ ਹੈ। ਇੱਧਰ ਵੀ ਇਹ ਪਖਾਨਾ ਟਾਇਲਟ ਬਣੀ ਹੋਈ ਹੈਗੀ ਤੇ ਠੀਕ ਹੈ। ਅੱਛਾ, ਇੱਧਰ ਟਾਇਲਟ, ਉੱਧਰ ਗੁਸਲਖਾਨਾ, ਵਾਸ਼ਰੂਮ, ਠੀਕ ਹੈ। ਅੱਛਾ, ਇਹ ਪੁਰਾਣਾ ਅੰਦਰ ਹੀ ਬਣਿਆ ਹੋਇਆ ਸੀਗਾ ਸਾਰਾ। ਹਾਂਜੀ, ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਸ ਟਾਈਮ, ਇਹ ਟਾਇਲਟ ਅਸੀਂ 2 ਮਹੀਨੇ ਪਹਿਲਾਂ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਜੀ, ਉਸ ਟਾਈਮ ਅਸੀਂ ਇਹ ਖੁਦਾਈ ਦੇ ਵਿੱਚੋਂ ਕੱਢਿਆ ਤੇ ਤਕਰੀਬਨ 2-3 ਫੁੱਟ ਮਿੱਟੀ ਦੇ ਵਿੱਚ ਧਸਿਆ ਹੋਇਆ ਸੀ ਅੰਦਰ। ਜਦੋਂ ਅਸੀਂ ਖੁਦਾਈ ਕੀਤੀ ਤੇ ਇਹ ਬਾਥਰੂਮ ਸਾਡੇ ਮਤਲਬ ਸਾਹਮਣੇ ਆਇਆ, ਫਿਰ ਅਸੀਂ ਇਹਨੂੰ ਬੜੀ ਬਰੀਕੀ ਨਾਲ ਬਚਾ ਕੇ ਹੌਲੀ ਹੌਲੀ ਇਹਦੀਆਂ ਨਾਲੀਆਂ ਵੀ ਸਾਫ਼ ਕੀਤੀਆਂ ਬਰੱਸ਼ ਨਾਲ, ਤੇ ਇਹਨੂੰ ਨੀਵਾਂ ਪੋਰਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਉੱਥੇ ਲਿਖ ਕੇ ਵੀ ਲਾਇਆ ਸੀ, ਇਹ ਗੁਸਲਖਾਨਾ ਸੀਗਾ ਜੀ। ਇਹਦੀ ਲਹਿਦਾ ਢਾਲ ਦਿੱਤੀ ਹੋਈ ਹੈ, ਮਤਲਬ ਇਹਦੀ ਪਾਈਪ ਵੀ ਲਹਿਦਾ ਪਈ ਹੋਈ ਹੈ ਖੁੰਝੇ ਦੇ ਵਿੱਚੋਂ। ਇਹ ਜਿਹੜੀ ਤੁਸੀਂ ਨਾਲੀ ਦੇਖ ਰਹੇ ਹੋ ਅਸੀਂ ਇਹ ਵੀ ਅਸੀਂ ਮਿੱਟੀ ਦੇ ਵਿੱਚੋਂ ਸਾਫ਼ ਕਰਕੇ ਕੱਢੀ ਹੈ। ਤੁਸੀਂ ਦੇਖ ਸਕਦੇ ਹੋ ਵੀ ਉਹ ਗੋਲ ਪਾਈਪ ਵੀ ਪਈ ਹੋਈ ਹੈ। ਇਹ ਹਾਂਜੀ ਮਿੱਟੀ ਦੀ ਪਕਾ ਕੇ ਗੋਲ ਪਾਈਪ ਉਹਨਾਂ ਟਾਈਮ 'ਚ ਲਾਈ ਜਾਂਦੀ ਸੀਗੀ, ਤੇ ਆਪਣੀਆਂ ਇੱਟਾਂ ਬਣਦੀਆਂ ਨੇਗੀਆਂ ਔਕਣ ਪਾਈਪ ਬਣਾਈ ਜਾਂਦੀ ਸੀ। ਹਾਂਜੀ, ਸਾਂਚੇ ਦੇ ਵਿੱਚ ਪਾ ਕੇ ਮਿੱਟੀ ਨੂੰ ਨਾ ਕਿਸ ਤਰੀਕੇ ਉਹ ਪਕਾ ਕੇ ਫਿਰ ਉਹਨੂੰ ਗੋਲ ਪਾਈਪ ਤਿਆਰ ਕਰਦੇ ਸੀ। ਬੜੀ ਹਲੇ ਵੀ ਬੜੀ ਮਜ਼ਬੂਤ ਹੈ। ਅਸੀਂ ਇਹਨੂੰ ਅੰਦਰੋਂ ਸਾਫ਼ ਕੀਤਾ, ਮਿੱਟੀ ਭਰ ਗਈ ਸੀ ਇਹਦੇ ਵਿੱਚ, ਤੇ ਇਹ ਉਸ ਸਮੇਂ ਦੇ ਮਤਲਬ ਡਬਲ ਟਾਇਲਟ ਬਣੀ ਹੋਈ ਹੈ, 2 ਸ਼ੀਟਾਂ ਬਣੀਆਂ ਹੋਈਆਂ ਇਹਦੇ ਵਿੱਚ, ਇੰਡੀਅਨ ਟਾਇਲਟ ਹੈ। ਅੱਛਾ, ਜਿਹੜੀ ਆਪਣੀ ਹਾਂਜੀ, ਈ ਸ਼ੇਪ ਦੀ ਟਾਇਲਟ ਹੈ ਜੀ ਇਹ। ਹਾਂਜੀ, ਇਹਦਾ ਮਤਲਬ ਪਾਣੀ ਦਾ ਡਰੇਨ ਪਾਈਪ ਲਹਿਦਾ ਪਿਆ ਹੋਇਆ, ਤੇ ਇਹਦੇ ਜਿਹੜਾ ਗੁਸਲਖਾਨਾ ਨੀਵਾਂ ਪੋਰਸ਼ਨ ਹੈ ਉਹਦਾ ਲਹਿਦਾ ਪਿਆ ਹੋਇਆ ਜੀ। ਤੇ ਜਿਹੜੀ ਪੌੜੀਆਂ ਦੇ ਨੀਚੇ ਡਾਟ ਵਾਲਾ ਜਿਹੜਾ ਹਿੱਸਾ ਸੀਗਾ ਤੁਸੀਂ ਉਹ ਦੇਖ ਸਕਦੇ ਹੋ ਉੱਥੇ ਜਿੱਥੇ ਕੈਮਰਾਮੈਨ ਦਿਖਾ ਰਹੇ ਨੇ, ਉਹ ਛੋਟੀ ਡਾਟ ਇੱਕ ਦਰਵਾਜ਼ਾ ਨੂੰਮਾ ਬਣਿਆ ਹੋਇਆ, ਉਹ ਪੌੜੀਆਂ ਦਾ ਨਿਚਲਾ ਹਿੱਸਾ ਹੈ। ਪੌੜੀਆਂ ਦੇ ਨਿਚਲੇ ਹਿੱਸੇ ਨੂੰ ਮਤਲਬ ਵਰਤਣ ਵਾਸਤੇ ਉਸ ਸਮੇਂ ਅਲਮਾਰੀ ਟਾਈਪ ਜੀ ਇਹ ਬਣਾ ਕੇ ਰੱਖੀ ਹੋਈ ਸੀ, ਜਿਹਦੇ 'ਚ ਬਾਲਟੀਆਂ ਜਾਂ ਕੋਈ ਸਮਾਨ ਨਹਾਉਣ ਵਾਸਤੇ ਜੋ ਵੀ ਚੀਜ਼ ਵਰਤੋਂ ਹੁੰਦੀ ਸੀ ਉਹ ਚੀਜ਼ਾਂ ਇੱਥੇ ਰੱਖੀਆਂ ਜਾਂਦੀਆਂ ਸੀ। ਭਾਈ ਸਾਹਿਬ, ਉਹ ਜਿਵੇਂ ਮੰਨ ਲਓ ਉਹ ਹੁਣ ਤੱਕ ਖੜਾ ਹੈਗਾ, ਬਾਕੀ ਸਾਰਾ ਢਹਿ ਗਿਆ, ਜਿਹੜਾ ਫਰਸ਼ ਹੈਗਾ, ਫਰਸ਼ ਤਾਂ ਜਿਵੇਂ ਮੰਨ ਲਓ ਪਹਿਲਾਂ ਹੀ ਪੱਟਿਆ ਜਾਂਦਾ, ਇਹ ਪੱਟਿਆ ਨਹੀਂ ਹਜੇ ਤੱਕ ਗਿਆ। ਇਹ ਕਿਹੜੇ ਮਟੀਰੀਅਲ ਦਾ ਬਣਿਆ ਹੋਇਆ? ਇਹ ਵੀ ਸਾਰਾ ਚੂਨੇ ਦਾ ਬਣਿਆ ਜੀ, ਬਹੁਤ ਜ਼ਿਆਦਾ ਮਜ਼ਬੂਤ ਹੈ। ਕੁਛ ਤਾਂ ਇਹ ਪਾਣੀ ਦੇ ਵਿੱਚ ਰਿਹਾ ਜ਼ਿਆਦਾ ਗੁਸਲਖਾਨਾ ਹੋਣ ਕਰਕੇ, ਇਸ ਕਰਕੇ ਇਹਦੀ ਮਜ਼ਬੂਤੀ ਪਾਣੀ ਦੇ ਵਿੱਚ ਹੋਰ ਜ਼ਿਆਦਾ ਵੱਧ ਜਾਂਦੀ ਹੈ। ਬਾਕੀ ਚੂਨੇ ਦੀ ਕੁਆਲਿਟੀ ਹੁੰਦੀ ਹੈ ਜੀ, ਜਦੋਂ ਇਹ ਲੰਬਾ ਟਾਈਮ ਕੱਢਦਾ ਨਾ ਇਹ ਹੋਰ ਜ਼ਿਆਦਾ ਮਜ਼ਬੂਤ ਹੋਈ ਜਾਂਦਾ ਬਜਾਏ ਸੀਮਿੰਟ ਦੇ। ਸੀਮਿੰਟ ਜਿੰਨਾ ਸਮਾਂ ਪੁਰਾਣਾ ਹੋਈ ਜਾਊਗਾ ਤੇ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਜੀ। ਮਤਲਬ ਇਹ ਜਿਹੜੀ ਇਹ ਵੱਡਾ ਕਮਰਾ ਗਾ, ਇਹ ਇੱਥੇ ਕੀ ਸੀਗਾ? ਆਹ ਇਹ ਉਹਨਾਂ ਨਾਲੋਂ ਵੱਡਾ। ਜਦੋਂ ਅਸੀਂ ਬਾਥਰੂਮ ਖੋਦਿਆ ਉਸ ਤੋਂ ਬਾਅਦ ਅਸੀਂ ਇੱਧਰ ਖੁਦਾਈ ਕੀਤੀ ਤੇ ਸਾਨੂੰ ਇੱਕ ਪੁਰਾਣੀ ਫਾਊਂਡੇਸ਼ਨ ਲੱਭੀ ਹੈ ਜੀ ਨੀਚੇ,
ਇੱਧਰ ਕੈਮਰਾਮੈਨ ਤੁਸੀਂ ਦਿਖਾ ਸਕਦੇ ਹੋ ਖੱਬੇ ਹੱਥ। ਤੇ ਇਹ ਪੁਰਾਣੀ ਹਲੇ ਛੋਟੀ ਇੱਟਾਂ ਦੀ ਬਣੀ ਨਿਊ ਅਸੀਂ ਨਵੀਂ ਕੱਢੀ ਹੈ। ਅੱਗੇ ਹਲੇ ਸਾਡੀ ਖੁਦਾਈ ਜਾਰੀ ਹੈ, ਜਦੋਂ ਕੋਰਟ ਦੀ ਸਾਨੂੰ ਪੂਰੀ ਪਰਮਿਸ਼ਨ ਮਿਲ ਜੂਗੀ ਅਸੀਂ ਅੱਗੇ ਵੀ ਖੋਜ ਕੇ ਦੇਖਾਂਗੇ ਵੀ ਹੋਰ ਬਿਲਡਿੰਗ ਕਿੱਥੇ ਤੱਕ ਜਾ ਰਹੀ ਹੈ। ਅੱਛਾ, ਇਹ ਉਹ ਜਿਹੜੀ ਇਹਦੇ ਵਿੱਚੋਂ ਸਿਰਫ ਓਨੀ ਕੁ ਖੁਦਾਈ ਕੀਤੀ ਗਈ ਤੁਸੀਂ ਨੇ? ਨਹੀਂ, ਇਹ ਮਿੱਟੀ ਸਾਰੀ ਚੱਕੀ ਹੈ ਜੀ, 2 ਫੁੱਟ 3 ਫੁੱਟ ਮਿੱਟੀ ਸੀ ਇੱਥੇ। ਪਰ ਜਦੋਂ ਮਿੱਟੀ ਚੱਕ ਕੇ ਅਸੀਂ ਇਹਨੂੰ ਪੱਕਾ ਫਰਸ਼ ਪਾਉਣ ਦਾ ਆਰਡਰ ਸੀ ਸਾਡੇ ਕੋਲ ਕੋਰਟ ਵੱਲੋਂ, ਜਦੋਂ ਅਸੀਂ ਉੱਥੇ ਖੁਦਾਈ ਕੀਤੀ ਸਾਨੂੰ ਪੁਰਾਣਾ ਫਰਸ਼ ਲੱਭਿਆ, ਫਿਰ ਅਸੀਂ ਕੋਰਟ ਨੂੰ ਲਿਖ ਕੇ ਦਿੱਤਾ ਜੀ ਉੱਥੇ ਕੋਈ ਪੁਰਾਣੀ ਨੀਹਾਂ ਲੱਭੀਆਂ। ਤੇ ਫਿਰ ਅਸੀਂ ਅੱਗੇ ਹੁਣ GPR ਕਰਾਵਾਂਗੇ ਜੀ, ਜਿਹਨੂੰ ਕਹਿੰਦੇ ਨੇ ਗਰਾਊਂਡ ਪੈਨੀਟ੍ਰੇਸ਼ਨ ਰਡਾਰ ਦੇ ਨਾਲ ਹੁੰਦਾ ਜੀ ਉਹ। ਤੇ ਉਹਦੇ ਵਿੱਚ 50 ਫੁੱਟ ਨੀਚੇ ਤੱਕ ਜਿੰਨਾ ਵੀ ਸਟਰਕਚਰ ਪਿਆ ਹੋਊਗਾ ਮਨੁੱਖਾਂ ਦਾ ਦੁਆਰਾ ਬਣਾਇਆ ਗਿਆ, ਉਹ ਸਾਰਾ ਉਹਦਾ ਇੱਕ ਨਕਸ਼ਾ ਬਣ ਕੇ ਕੰਪਿਊਟਰ ਤੇ ਆ ਜਾਂਦਾ ਸਾਹਮਣੇ। ਮਤਲਬ ਉਹ GPR ਕਰਾ ਕੇ ਨਾ ਅਸੀਂ ਇਹਦੀ ਹੋਰ ਨੀਹਾਂ ਦੀ ਖੋਜ ਕਰਾਂਗੇ। ਭਾਈ ਸਾਹਿਬ ਉਹ ਜਿਹੜਾ ਸਾਹਮਣੇ ਖੂਹ ਗਾ, ਉਹ ਖੂਹ ਵੀ ਪੁਰਾਣਾ ਹੀ ਆ? ਉਹ ਖੂਹ ਨਵਾਂ ਹੈ ਜੀ, ਉਹ ਇਹ ਸਾਰਾ ਬੇਸਮੈਂਟ ਦਾ ਤੁਸੀਂ ਹੋਦੀਆਂ ਦੇਖ ਰਹੇ ਹੋ ਬਣੀਆਂ ਵਿੱਚ, ਇਹ ਰੇਨ ਵਾਟਰ ਦੀ ਨਿਕਾਸੀ ਵਾਸਤੇ ਨਾ ਜੀ, ਜਦੋਂ ਵੀ ਮੀਂਹ ਦਾ ਪਾਣੀ ਇੱਥੇ ਇਕੱਠਾ ਨਾ ਹੋਵੇ ਤੇ ਮਿੱਟੀ ਨਾਲ ਰੋੜ ਕੇ ਨਾ ਲੈ ਕੇ ਜਾਵੇ, ਇਸ ਕਰਕੇ ਇਹਨੂੰ ਮਤਲਬ ਬਣਾਇਆ ਗਿਆ ਵੀ ਇਹ ਖੂਹ ਦੇ ਵਿੱਚ ਪਾਣੀ ਜਾਵੇ, ਕਿਉਂਕਿ ਇੱਥੇ ਸੀਵਰੇਜ ਹੈ ਨਹੀਂ। ਤੇ ਖੂਹ ਦਾ ਨਿਰਮਾਣ ਕਰਕੇ ਇਹਨੂੰ ਮਤਲਬ ਪਾਣੀ ਦੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਕੀਤੀ ਗਈ। ਉਹ ਹੋਦੀ ਦਾ ਪਾਣੀ ਜਿਹੜਾ ਉਹ ਕਰਨ ਖਾਤਰ ਉਹਦੇ ਵਿੱਚ ਜਾਂਦਾ ਵਾ ਸਿੱਧਾ ਪਾਣੀ? ਉਹ ਖੂਹ ਨਵਾਂ ਮਤਲਬ ਨਿਰਮਾਣ ਕੀਤਾ ਗਿਆ ਸੀ, ਇਹ ਖੂਹੀ ਦੀ ਤਰ੍ਹਾਂ ਉਹਨੂੰ ਵਰਤਿਆ ਜਾਂਦਾ। ਠੀਕ ਹੈ ਜੀ। ਭਾਈ ਸਾਹਿਬ ਜੇ ਗੱਲ ਕਰਾਂ ਇੱਧਰਲੇ ਪਾਸਿਓਂ ਇਹਦੀ ਐਂਟਰੈਂਸ ਇਹੀ ਸੀਗੀ ਜਿਹੜੀ ਆਪਾਂ ਜਿੱਧਰੋਂ ਆਉਨੇ ਆਗੇ ਹੁਣ? ਨਹੀਂ, ਇਹ ਬੈਕ ਤੇ ਆ ਜੀ, ਆਪਾਂ ਇਸ ਟਾਈਮ ਲੈਫਟ ਕਾਰਨਰ ਤੇ ਖੜੇ ਆ। ਪਹਿਲਾਂ ਆਪਾਂ ਬੈਕ ਤੋਂ ਹੋ ਕੇ ਅੰਦਰ ਆਏ, ਜਿੱਧਰ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਮੁੱਖ ਦਰਵਾਜ਼ੇ ਦੇ ਪਿੱਲਰ ਲਿਖਿਆ, ਉਹ ਮੁੱਖ ਦਰਵਾਜ਼ੇ ਦੇ ਪਿੱਲਰ ਜਿੱਥੇ ਮੇਰੇ ਬੰਦੇ ਵੀ ਕੰਮ ਲੱਗੇ ਹੋਏ ਨੇ ਇਸ ਟਾਈਮ। ਹਾਂਜੀ, ਉਧਰ ਇੱਕ ਡਾਟ ਹੁੰਦੀ ਸੀਗੀ, ਇੱਕ ਪਿੱਲਰ ਇੱਧਰਲੇ ਬੰਨੇ ਹੁੰਦਾ ਸੀ। ਮੇਨ ਐਂਟਰੈਂਸ ਡੋਰ ਉਧਰ ਹੁੰਦਾ ਸੀ, ਉਹਦੇ ਬਿਲਕੁਲ ਐਨ ਓਪੋਜ਼ਿਟ ਸਾਹਮਣੇ ਫੁਹਾਰਾ ਤੇ ਸਵਿਮਿੰਗ ਪੂਲ ਬਣਿਆ ਸੀਗਾ। ਇਹਦਾ ਜਿਹੜਾ ਹਵੇਲੀ ਦਾ ਮੈਂ ਦੱਸਣਾ ਚਾਹੂੰਗਾ, ਜਿਹੜਾ ਮੁੱਖ ਸੀਗਾ ਫੇਸ ਸੀਗਾ ਉਹ ਨਾਰਥ ਵੱਲ ਸੀਗਾ, ਚੜ੍ਹਦੇ ਵੱਲ ਨੂੰ ਮੁੱਖ ਸੀ, ਕਿਉਂਕਿ ਇਹ ਹਿੰਦੂ ਆਰਕੀਟੈਕਚਰ ਦਾ ਇੱਕ ਨਮੂਨਾ ਹੈ। ਇਹਦਾ ਜਿਹੜਾ ਗੁੰਬਦ ਹੈ ਉਹ ਵੀ ਹਿੰਦੂ ਆਰਕੀਟੈਕਚਰ ਰਾਜਪੂਤਾਨਾ ਸਟਾਈਲ ਹੈ। ਤੇ ਇਹਦਾ ਹਿੰਦੂ ਜਿਸ ਤਰ੍ਹਾਂ ਅੱਜ ਵੀ ਕਰਦੇ ਆ ਨਾ ਜੀ, ਚੜ੍ਹਦੇ ਵੱਲ ਨੂੰ ਮੂੰਹ ਲੈਣਾ ਪਲਾਟ, ਆਪਾਂ ਅੱਜ ਵੀ ਲੈਂਦੇ ਆ, ਉਸ ਟਾਈਮ ਵੀ ਇਹਦਾ ਮੂੰਹ ਚੜ੍ਹਦੇ ਵੱਲ ਨੂੰ ਹੀ ਸੀਗਾ। ਠੀਕ ਹੈ ਜੀ। ਤਾਂ ਭਾਈ ਸਾਹਿਬ ਜੇ ਗੱਲ ਕਰਾਂ ਇਹ ਸਵੀਮਿੰਗ ਪੂਲ ਜਿਹੜਾ ਤੁਸੀਂ ਕਹਿੰਦੇ ਹੋਗੇ, ਇਹਦੇ ਟੈਂਕ ਕਿੱਥੇ ਰੱਖਿਆ ਹੋਇਆ ਸੀਗਾ? ਇਹ ਰਸੋਈ ਦੇ ਵਿੱਚੋਂ ਜਿਹੜਾ ਤੁਹਾਨੂੰ ਮੈਂ ਹੋਦੀ ਦਿਖਾਈ ਸੀ ਜੀ ਵਾਟਰ ਹੋਲ, ਉਹਦੇ ਵਿੱਚੋਂ ਇਹਦਾ ਅੰਡਰਗਰਾਉਂਡ ਕਨੈਕਸ਼ਨ ਪਿਆ ਹੋਇਆ। ਤੁਸੀਂ ਅੱਗੇ ਚੱਲ ਕੇ ਦੇਖੋ ਇਹਦੇ ਉੱਪਰ, ਇਹ ਤੁਹਾਨੂੰ ਮੈਂ ਉਹ ਡਰੇਨ ਪਾਈਪ ਦਿਖਾਣਾ ਜਿਹੜੀ ਪੁਰਾਣੀ ਲੱਗੀ ਹੋਈ ਹੈ। ਤਾਂ ਆਹ ਸਵੀਮਿੰਗ ਪੂਲ ਆ, ਇਹਦੇ ਵਿੱਚ ਫੁਆਰਾ ਵੀ ਲੱਗਿਆ ਹੁੰਦਾ ਸੀਗਾ। ਜਿਵੇਂ ਮੰਨ ਲਓ ਹੁਣ ਤਾਂ ਮੋਟਰਾਂ ਦੇ ਨਾਲ ਮੰਨ ਲਓ ਪਾਣੀ ਚੱਕਿਆ ਜਾਂਦਾ ਗਾ, ਉਸ ਸਮੇਂ ਵੀ ਫੁਆਰਾ ਲੱਗਿਆ ਹੋਇਆ ਸੀਗਾ, ਪਰ ਇਹਦਾ ਪ੍ਰੈਸ਼ਰ ਕਿਵੇਂ ਬਣਾਇਆ ਗਿਆ ਸੀਗਾ ਉੱਪਰ ਟੈਂਕ ਰੱਖ ਕੇ। ਤਾਂ ਮੈਂ ਕ੍ਰਿਸ਼ਨਾ ਬਾਕੀ ਆਪਾਂ ਭਾਈ ਸਾਹਿਬ ਨਾਲ ਗੱਲ ਕਰਦੇ ਹਾਂ, ਇੱਕ ਵਾਰ ਤੁਸੀਂ ਦਿਖਾ ਦਿਓ ਇਹਦਾ ਕਿਵੇਂ ਸੀਗਾ ਜੀ, ਫੁਆਰਾ ਕਿਵੇਂ ਚੱਲਦਾ ਸੀਗਾ ਇਹ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਜੀ, ਅਸੀਂ ਸਾਫ਼ ਕੀਤਾ ਬਿਲਕੁਲ, ਇਹ ਕਾਫੀ ਇੱਥੇ ਮਲਬਾ ਪਿਆ ਸੀ। ਤੇ ਆ ਜਿਹੜਾ ਵਿੱਚ ਗੋਲ ਚੱਕਰ ਬਣਿਆ ਹੋਇਆ ਸਵਿਮਿੰਗ ਪੂਲ ਦੇ, ਇਹ ਫੁਹਾਰਾ ਸੀਗਾ ਜੀ। ਇਹਦੇ ਵਿੱਚ ਕਿਸੇ ਟਾਈਮ ਮਾਰਬਲ ਦਾ ਬਣਿਆ ਹੋਇਆ, ਪੱਥਰ ਦਾ ਚਿੱਟੇ ਰੰਗ ਦਾ ਉਹ ਫੁਹਾਰਾ ਟਾਈਪ, ਜਿਵੇਂ ਤੁਸੀਂ ਕਿਲਿਆਂ ਦੇ ਵਿੱਚ ਮਹਿਲਾਂ ਦੇ ਤਾਜ ਮਹਿਲ ਵਗੈਰਾ ਕਿਤੇ ਦੇਖਦੇ ਹੋ, ਇੱਦਾਂ ਦਾ ਮਤਲਬ ਇੱਕ ਫੁਹਾਰਾ ਲੱਗਿਆ ਹੋਇਆ ਸੀਗਾ, ਜਿਹੜਾ ਖੂਹ ਤੋਂ ਉੱਚੀ ਥਾਂ ਤੋਂ ਜਦੋਂ ਪਾਣੀ ਆਉਂਦਾ ਸੀ ਰੁੜ ਕੇ, ਤੇ ਉਹ ਪ੍ਰੈਸ਼ਰ ਨਾਲ ਹੀ ਚੱਲਦਾ ਸੀ। ਅੰਡਰਗਰਾਉਂਡ ਪਾਈਪਿੰਗ ਪਈ ਹੋਈ ਸੀਗੀ। ਇਹਦਾ 2 ਇੰਚ ਦੇ ਕਰੀਬ ਮੋਟਾ ਪਲਸਤਰ ਇਹਨੂੰ ਮਤਲਬ ਕੀਤਾ ਗਿਆ, ਅੱਜ ਵੀ ਖੜਾ ਹੈ। ਤੇ ਇਹ ਸਲਾਬ ਵੀ ਰੋਕਣ ਦਾ ਕੰਮ ਕਰਦਾ ਸੀ ਉਦੋਂ, ਤੇ ਬਹੁਤ ਮਜ਼ਬੂਤ ਹੈ। ਮਤਲਬ ਤੁਸੀਂ ਇਹਨੂੰ ਤਾਂ ਨਹੀਂ ਭਾਈ ਸਾਹਿਬ ਤੁਸੀਂ ਕੁਝ ਕੀਤਾਗਾ, ਇਹ ਪੁਰਾਣਾ ਹੀ ਆ ਉੱਦਾਂ ਹੀ ਆ? ਇਹ ਐਜ਼ ਇਟ ਇਜ਼ ਉੱਦਾਂ ਹੀ ਪੁਰਾਣਾ ਹੀ ਹੈ ਜੀ। ਅਸੀਂ ਇਹਦੀ ਹਲੇ ਜੋ ਮੁਰੰਮਤ ਕਰਨੀ ਹੈ, ਥੋੜੇ ਬਹੁਤ ਕਰੈਕ ਇਹਦੇ 'ਚ ਹੈਗੇ ਆ, ਉਹਨੂੰ ਅਸੀਂ ਭਰਾਂਗੇ। ਬਾਕੀ ਇਹਦੀ ਜਿਹੜੀ ਕੋਸ਼ਿਸ਼ ਕਰਾਂਗੇ, ਜਿਹੜੀਆਂ ਪਾਣੀ ਦੀ ਪਾਈਪਾਂ ਹੈਗੀਆਂ ਉਹ ਵੀ ਖੋਲ ਕੇ ਦੇਖੀਏ, ਸ਼ਾਇਦ ਚੱਲ ਜਾਣ। ਅੱਛਾ, ਜਿਹੜਾ ਇਹਦਾ ਪਲਾਸਟਰ ਗਾ ਉਹ ਪੁਰਾਣਾ ਹੀ ਆ, ਕੁਝ ਨਹੀਂ ਛੇੜਿਆ ਉਹ? ਹਾਂਜੀ, ਇਹ ਪਲਸਤਰ ਸਾਰਾ ਉਦਾਂ ਹੀ ਪੁਰਾਣਾ ਹੀ ਹੈ ਜੀ, ਇਹਦੇ 'ਚ ਅਸੀਂ ਕੋਈ ਵੀ ਛੇੜਖਾਨੀ ਨਹੀਂ ਕੀਤੀ, ਨਾ ਕਿਸੇ ਨੇ ਕੀਤੀ। ਤਕਰੀਬਨ ਬਚਿਆ ਹੀ ਹੋਇਆ ਸਭ ਤਾਂ। ਇਹਦੀਆਂ ਪੌੜੀਆਂ ਵੀ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ 1.25 ਫੁੱਟ ਦੀ ਉੱਚੇ ਸਟੈਪ ਨੇ। ਠੀਕ ਹੈ ਜੀ। ਹਾਂ, ਉਹਨਾਂ ਟਾਈਮ ਦੇ ਵਿੱਚ ਨੀਵੀਆਂ ਪੌੜੀਆਂ ਘੱਟ ਰੱਖਦੇ ਸੀ, ਉੱਚੀਆਂ ਪੌੜੀਆਂ ਦਾ ਰਿਵਾਜ ਸੀਗਾ। ਠੀਕ ਹੈ ਜੀ। ਤਾਂ ਜੇ ਗੱਲ ਕਰੀਏ ਜਿਹੜਾ ਤੁਸੀਂ ਹੁਣ ਬਣਾ ਕੇ ਇਹਦਾ ਦਿੱਤਾ, ਸਾਰਾ ਮਾਡਲ ਦਿੱਤਾ ਬਣਾ ਕੇ, ਉਹਦੀ ਤੁਹਾਨੂੰ ਪਰਮਿਸ਼ਨ ਮਿਲਣੀ ਹੈਗੀ ਜੇ ਬਣਨੀ ਵੀ ਹੋਈ ਹਵੇਲੀ ਇਹ, ਜਿਵੇਂ ਮੰਨ ਲਓ? ਹਾਂਜੀ, ਸਾਨੂੰ ਹਰੇਕ ਚੀਜ਼ ਦੀ ਇੱਥੇ ਪਰਮਿਸ਼ਨ ਲੈਣੀ ਪਊਗੀ ਕੋਰਟ ਵੱਲੋਂ। ਤੇ ਜੇ ਜੋ ਸਾਨੂੰ ਕੋਰਟ ਕਹੇਗਾ ਅਸੀਂ ਉਦਾਂ ਹੀ ਮਤਲਬ ਉਹਨੂੰ ਅਮਲ ਕਰਨਾ। ਤੇ ਤੁਸੀਂ ਇਹ ਵੀ ਦੇਖ ਸਕਦੇ ਹੋ ਜੀ, ਹੁਣ ਜਿਵੇਂ ਸਵਿਮਿੰਗ ਪੂਲ ਦੇ ਸਾਹਮਣੇ ਜਿੱਥੇ ਆ ਮੇਰੇ ਬੰਦੇ ਕੰਮ ਕਰ ਰਹੇ ਨੇ, ਇਹ ਮੁੱਖ ਦਰਵਾਜ਼ਾ ਹੈ। ਹਾਂਜੀ, ਆਹ ਪਿੱਲਰ, ਹਾਂਜੀ, ਇਹ 2 ਪਿੱਲਰ ਤੁਸੀਂ ਦੇਖ ਰਹੇ ਹੋ ਕੰਧ ਦੇ ਵਿੱਚ ਸੱਜੇ ਬੰਨੇ ਬਣੇ ਹੋਏ ਆ। ਇਹਦੇ ਉੱਪਰੋਂ ਦੀ ਹੋ ਕੇ ਨਾ ਵੱਡੀ ਡਾਟ, ਇੱਕ ਦਰਸ਼ਨੀ ਜੋੜੀ ਜਿਹਨੂੰ ਕਹਿ ਦਿੰਦੇ ਆਪਾਂ, ਮੁੱਖ ਦਰਵਾਜ਼ਾ ਬਣਿਆ ਹੁੰਦਾ ਸੀ। ਜਿਹੜਾ ਖੱਬੇ ਹੱਥ ਵੀ 2 ਪਿੱਲਰ ਸੀਗੇ, ਉਹ 2 ਪਿੱਲਰ ਢਹਿ ਗਏ ਆ ਬਿਲਡਿੰਗ ਟਾਈਮ ਦੇ ਨਾਲ, ਜਲ ਢਾਹ ਦਿੱਤੇ ਗਏ ਲੋਕਾਂ ਵੱਲੋਂ। ਤੇ ਤੁਸੀਂ ਮਤਲਬ ਇਹ ਸੋਚ ਸਕਦੇ ਹੋ ਵੀ ਉਸ ਸਮੇਂ ਵੀ ਪੋਰਚ ਦੇ ਸਾਹਮਣੇ
ਵਧੀਆ ਲੁੱਕ ਦੇਣ ਵਾਸਤੇ, ਪੋਰਚ ਦੇ ਸਾਹਮਣੇ ਵਧੀਆ ਲੁੱਕ ਦੇਣ ਵਾਸਤੇ ਇੱਕ ਫੁਹਾਰਾ ਤੇ ਸਵਿਮਿੰਗ ਪੂਲ ਰੱਖਿਆ ਗਿਆ ਸੀ, ਤਾਂ ਜੋ ਅੰਦਰ ਬੈਠੇ ਬੰਦੇ ਨੂੰ ਵਧੀਆ ਮਹਿਸੂਸ ਹੋਵੇ। ਤਾਂ ਅੱਛਾ, ਆ ਜਿਹੜਾ ਹੈਗਾ ਆ ਪਿੱਲਰ ਬਣਾਏ ਹੋਏ ਸੀਗੇ ਮੁੱਖ ਗੇਟ ਦੇ ਉੱਥੋਂ, ਤੇ ਇਹਦੀ ਭਾਈ ਸਾਹਿਬ ਜੇ ਮੈਂ ਮੁੱਖ ਗੇਟ ਪੁੱਛਾਂ ਉਹ ਉੱਥੇ ਤੱਕ ਸੀਗਾ ਜਿੱਥੇ ਤੱਕ ਉਹ ਦਿਖਦਾ? ਹਾਂਜੀ ਹਾਂਜੀ ਹਾਂਜੀ, ਉੱਥੇ ਤੱਕ ਹੀ ਹੈ ਜੀ। ਤਕਰੀਬਨ 22 ਫੁੱਟ ਚੌੜਾ, 22-23 ਫੁੱਟ ਚੌੜਾ ਇਹ ਮੁੱਖ ਦਰਵਾਜ਼ਾ ਸੀਗਾ ਜੀ। ਦਿਖਾ ਦਿਓ 22-23 ਫੁੱਟ ਜਿਹੜਾ ਚੌੜਾ ਦਰਵਾਜ਼ਾ ਸੀਗਾ, ਤੇ ਇਧਰਲੇ ਪਾਸੇ ਵੀ ਬਣੀ ਹੋਈ ਸੀ, ਇਧਰਲੇ ਪਾਸੇ ਬਣੀ, ਇਧਰਲੇ ਪਾਸੇ 4 ਮੰਜ਼ਲਾਂ ਸੀਗੀਆਂ, ਇਧਰਲੇ ਪਾਸੇ ਜਿਹੜੀਆਂ ਸੀਗੀਆਂ ਤੁਹਾਡੀਆਂ 2 ਮੰਜ਼ਲਾਂ ਸੀਗੀਆਂ। ਹਾਂਜੀ, ਇਧਰਲੇ ਪਾਸੇ ਉੱਪਰੋਂ ਜਿੱਥੇ ਪਿੱਲਰ ਤੁਸੀਂ ਦੇਖ ਰਹੇ ਹੋ ਇੱਥੋਂ ਲੈ ਕੇ ਅੱਗੇ ਬੇਰੀ ਤੱਕ 2 ਮੰਜ਼ਲ ਸੀਗਾ, ਜਿਹਨਾਂ ਸਮੁੰਦਰੀ ਜਹਾਜ਼ ਦੇ ਡੈਕ ਵਰਗਾ ਲੰਬਾ ਸਾਰਾ ਇੱਕ ਮਤਲਬ ਇੱਕ ਸਟਰਕਚਰ ਸੀਗਾ। ਤੇ ਇਸ ਤੋਂ ਪਿੱਛੋਂ ਜਿੱਥੇ ਆਪਾਂ ਅੰਦਰ ਜਾ ਕੇ ਆਏ ਸੀਗੇ ਜੀ, ਉਹ ਕਮਰੇ 5 ਮੰਜ਼ਲੀ ਨੇ ਟੋਟਲ ਗੁੰਬਦ ਤੱਕ। ਗੁੰਬਦ ਦੇ ਵਿੱਚ ਵੀ ਇੱਕ ਕਮਰਾ ਹੈ ਜੀ, ਜਿੱਥੇ ਅਸੀਂ ਫਰਸ਼ ਦੀ ਖੁਦਾਈ ਮਤਲਬ ਸਫਾਈ ਕੀਤੀ, ਤੇ ਉਹਦੇ ਵਿੱਚ ਸਾਨੂੰ ਇੱਕ ਚੌਪੜ ਦੀ ਗੇਮ ਪ੍ਰਿੰਟ ਹੋਈ ਮਿਲੀ ਆ। ਹਾਂਜੀ, ਉੱਥੇ ਕੋਈ ਕਿਸੇ ਸਮੇਂ ਬੱਚੇ ਖੇਡਦੇ ਹੋਣਗੇ ਤੇ ਉਹ ਫਰਸ਼ ਦੇ ਵਿੱਚ ਹੀ ਮਤਲਬ ਪ੍ਰਿੰਟ ਕੀਤਾ ਹੋਇਆ ਜੀ। ਠੀਕ ਹੈ ਜੀ। ਤਾਂ ਭਾਈ ਸਾਹਿਬ ਇਹ ਜਾਣਕਾਰੀ ਦੇਣ ਲਈ ਤੇ ਜਿਹੜੀ ਸੇਵਾ ਤੁਸੀਂ ਕਰ ਰਹੇ ਹੋਗੇ, ਮੰਨ ਲਓ ਲੰਮੇ ਸਮੇਂ ਤੋਂ ਸੰਗਤ ਦੀ ਮੰਗ ਸੀਗੀ ਇਹ ਵੀ ਜਿਹੜੀ ਹਵੇਲੀ ਆ ਇਹ ਦੀਵਾਨ ਟੋਡਰਮਲ ਜੀ ਦੀ, ਇਸ ਨੂੰ ਬਚਾਇਆ ਜਾਵੇ ਤੇ ਇਸ ਦੀ ਮੁਰੰਮਤ ਜਿਹੜੀ ਆ ਉਸ ਤਰ੍ਹਾਂ ਕੀਤੀ ਜਾਵੇ, ਕਿਉਂਕਿ ਜਿਹੜੇ ਗੁਰੂ ਸਾਹਿਬ ਦੇ ਅਨੰਨ ਸੇਵਕ ਹੀ ਹੋਏ ਨੇ ਜਿਨ੍ਹਾਂ ਨੇ ਮੰਨ ਲਓ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਜੋ ਸੰਸਕਾਰ ਕੀਤਾ ਗਾ, ਤਾਂ ਉਹਦਾ ਸੰਗਤ ਦੀਆਂ ਦੁਆਵਾਂ ਵੀ ਤੁਹਾਨੂੰ ਜ਼ਰੂਰ ਲੱਗਣਗੀਆਂ। ਤੇ ਇਸ ਦੇ ਨਾਲ ਜੇ ਗੱਲ ਕਰੀਏ, ਸੇਵਾ ਵੀ ਤੁਸੀਂ ਬਹੁਤ ਵੱਡੀ ਕਰ ਰਹੇ ਹੋਗੇ ਜਿਹੜੀ। ਹਾਂਜੀ, ਮੈਂ ਆਪਣੇ ਚੰਗੇ ਕਰਮ ਸਮਝਦਾ, ਜਿਹੜੇ ਮੇਰੇ ਭਾਗਾਂ ਦੇ ਵਿੱਚ ਸੇਵਾ ਲਿਖੀ ਸੀ, ਜਿਹੜੀ ਇੰਨੇ ਸਮੇਂ ਤੋਂ ਰੁਕੀ ਹੋਈ ਹੈ, ਹਾਲੇ ਤੱਕ ਕੋਈ ਕਰ ਨਹੀਂ ਸਕਿਆ। ਤੇ ਇਹਦਾ ਨਕਸ਼ਾ ਵੀ ਦਾਸ ਵੱਲੋਂ ਹੀ ਮਤਲਬ ਸੇਵਾ ਰੱਬ ਨੇ ਲਈ, ਮਹਾਰਾਜ ਨੇ ਲਈ, ਤੇ ਮੈਂ ਇਹਦਾ ਨਕਸ਼ਾ ਮਤਲਬ ਤਕਰੀਬਨ 1 ਦਿਨ ਦੇ ਵਿੱਚ ਤਿਆਰ ਕਰ ਦਿੱਤਾ ਸੀ। ਇਹ ਆਪਣੇ ਤਜਰਬੇ ਨਾਲ ਇਹਨੂੰ ਮਤਲਬ 1 ਦਿਨ, ਪਿਛਲੇ ਜੋੜ ਮੇਲੇ ਦੀ ਗੱਲ ਹੈ 2021 ਦੀ, ਤੇ ਮੈਂ ਉਦੋਂ ਆਇਆ ਹੋਇਆ ਸੀਗਾ, ਤੇ ਉਦੋਂ ਸੰਗਤ ਕੁਝ ਸੇਵਾ ਕਰਾ ਰਹੀ ਸੀ ਇਸ ਦੀ, ਤੇ ਮੈਨੂੰ ਉਹਨਾਂ ਨੇ ਹਾਇਰ ਕਰ ਲਿਆ ਕਿ ਤੁਸੀਂ ਆਰਕੀਟੈਕਟ ਹੋ। ਤੋਂ ਮੈਂ ਫਿਰ ਫ੍ਰੀ ਸੇਵਾ ਇਹਨਾਂ ਨੂੰ ਮਤਲਬ ਆਪਣੀ ਆਫਰ ਕੀਤੀ ਜੀ, ਮੈਂ ਇਹਦਾ ਨਕਸ਼ਾ ਬਣਾ ਸਕਦਾ। ਫਿਰ ਇਹਨਾਂ ਨੇ 2-3 ਜਗ੍ਹਾ ਤੋਂ ਹੋਰ ਵੀ ਨਕਸ਼ਾ ਬਣਾਇਆ, ਪਰ ਉਹ ਉਹਨਾਂ ਨੂੰ ਪਸੰਦ ਨਹੀਂ ਆਇਆ ਤੇ ਸਹੀ ਵੀ ਨਹੀਂ ਲੱਗਿਆ। ਫਿਰ ਜਦੋਂ ਮੈਂ ਇਹਨਾਂ ਨਾਲ ਮਤਲਬ ਆਪਣਾ ਨਕਸ਼ਾ ਲੈ ਕੇ ਇਹਨਾਂ ਨੂੰ ਡਿਟੇਲ ਸਮਝਾਈ, ਤਾਂ ਫਿਰ ਇਹ ਜਿਹੜੇ ਅਫਸਰ ਨੇ ਸਾਰੇ ਇਹ ਮੰਨ ਗਏ ਵੀ ਇਹ ਨਕਸ਼ਾ ਬਿਲਕੁਲ ਸਹੀ ਹੈ। ਬਾਕੀ ਇਹਦੀ ਖੁਦਾਈ ਦਾ ਕੰਮ ਹਲੇ ਜਾਰੀ ਹੈ। ਜਦੋਂ ਪੂਰੀ ਖੋਜ ਹੋ ਜਾਏਗੀ, ਤਕਰੀਬਨ 80% ਨਕਸ਼ਾ ਅਸੀਂ ਬਣਾਇਆ, ਮਤਲਬ 20% ਖੁਦਾਈ ਤੋਂ ਬਾਅਦ ਪ੍ਰੋਪਰ ਪੂਰਾ ਬਣ ਕੇ ਸਾਹਮਣੇ ਆਊਗਾ, ਕਿਉਂਕਿ ਜਦ ਤੱਕ ਬੇਸਮੈਂਟ ਖਾਲੀ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਨੀਹਾਂ ਦਾ, ਕਮਰਿਆਂ ਦਾ, ਹੋਰ ਕਿੱਥੇ ਕੀ ਸੀਗਾ ਪਤਾ ਨਹੀਂ ਚੱਲਣਾ। ਉਹ ਸਟਰਕਚਰ ਬਾਅਦ ਦੇ ਵਿੱਚ ਸਾਨੂੰ ਮਤਲਬ ਸਮਝ ਆਊਗਾ, ਫਿਰ ਅਸੀਂ ਉਹਨੂੰ ਪ੍ਰੋਪਰ ਡਿਜ਼ਾਈਨ ਬਣਾ ਕੇ ਲਾਵਾਂਗੇ ਜੀ। ਭਾਈ ਸਾਹਿਬ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ। ਤਾਂ ਤੁਸੀਂ ਦਰਸ਼ਨ ਕੀਤੇ ਨੇ ਦੀਵਾਨ ਟੋਡਰਮਲ ਜੀ ਦੀ ਜਹਾਜੀ ਹਵੇਲੀ ਦੇ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਸੀਗਾ, ਜਦੋਂ ਮੁਗਲੀਆ ਸਲਤਨਤ ਵੱਲੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਹੰਸਲਾ ਨਦੀ ਦੇ ਕਿਨਾਰੇ ਉਹਨਾਂ ਦੀਆਂ ਪਵਿੱਤਰ ਦੇਹਾਂ ਨੂੰ ਸੁੱਟ ਦਿੱਤਾ ਗਿਆ ਸੀ। ਦੀਵਾਨ ਟੋਡਰਮਲ ਜੀ ਨੇ 78,000 ਸੋਨੇ ਦੀਆਂ ਮੋਹਰਾਂ ਦੇ ਕੇ ਉਹਨਾਂ ਦਾ ਸੰਸਕਾਰ ਕੀਤਾ, ਤੇ ਉਸ ਤੋਂ ਬਾਅਦ ਮੁਗਲੀਆ ਸਲਤਨਤ ਵੱਲੋਂ ਜੋ ਉਹਨਾਂ ਨੂੰ ਦੀਵਾਨ ਦੀ ਉਪਾਧੀ ਦਿੱਤੀ ਗਈ ਸੀ ਉਹ ਵੀ ਖੋਹ ਲਈ ਗਈ ਸੀ, ਤੇ ਉਹਨਾਂ ਦੇ ਨਾਲ ਜੋ ਤਸ਼ੱਦਦ ਹੋਇਆ ਉਹ ਵੀ ਤਵਾਰੀਖ ਆ ਜਿਹੜੀ ਉਹ ਬਾਖੂਬੀ ਬਿਆਨ ਕਰਦੀ ਆ। ਪਰ ਲੋੜ ਆ ਅਜਿਹੀਆਂ ਜਿਹੜੀਆਂ ਵਿਰਾਸਤੀ ਥਾਵਾਂ ਨੇ, ਜਿਹੜੇ ਵਿਰਾਸਤੀ ਇਮਾਰਤਾਂ ਨੇ, ਉਹਨਾਂ ਨੂੰ ਸਾਂਭ ਕੇ ਰੱਖਣ ਦੀ, ਕਿਉਂਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ, ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ, ਸਾਡੀ ਸਿੱਖ ਕੌਮ ਦੀਆਂ ਜੋ ਇਹ ਮਹਾਨ ਇਮਾਰਤਾਂ ਨੇ ਉਹਨਾਂ ਨਾਲ ਜੁੜ ਸਕਣ, ਉਹਨਾਂ ਨੂੰ ਇਤਿਹਾਸ ਦਾ ਪਤਾ ਲੱਗ ਸਕੇ। ਕੈਮਰਾ ਪਰਸਨ ਕ੍ਰਿਸ਼ਨ ਦੇ ਨਾਲ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ, ਸ਼੍ਰੀ ਫਤਿਹਗੜ੍ਹ ਸਾਹਿਬ।